ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ। ਬਿਨ ਸਹੈ ਪਾਪ ਕਨੇਰੇ। ਪਸੂ ਪਰੇਤ ਮੁਗਧ ਕਉ ਧਾਰੇ। ਵਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ। ਸਦਾ ਸਦਾ ਬਲਿਹਾਰੈ। ਬਲਿਹਾਰੀ ਗੁਰ ਆਪਣੇ। ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨਾ ਲਾਗੀ ਵਾਰ। ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨਾ ਲਾਗੀ ਵਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਐਸਾ ਪੂਰਾ ਗੁਰ ਦਿਓ ਸਹਾਈ। ਜਾ ਕਾ ਸਿਮਰਨ ਬਿਰਥਾ ਨਾ ਜਾਈ। ਐਸਾ ਪੂਰਾ ਗੁਰ ਦਿਓ ਸਹਾਈ। ਜਾ ਕਾ ਸਿਮਰਨ ਬਿਰਥਾ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਹੋਇਆ ਹੈ। ਔਰ ਇਹ ਪੰਜ ਬਾਣੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਨਿਤਨੇਮ ਬਖਸ਼ਿਸ਼ ਕੀਤਾ ਹੈ। ਔਰ ਜਿਸ ਵੇਲੇ ਵੈਸਾਖੀ ਵਾਲੇ ਦਿਹਾੜੇ ਤੇ 1699 ਈਸਵੀ 30 ਮਾਰਚ ਨੂੰ ਉਦੋਂ ਵਿਸਾਖੀ ਆਈ ਸੀ।
ਔਰ ਬਿਕਰਮੀ ਸੰਮਤ 1756। ਜਦੋਂ ਖਾਲਸੇ ਦੀ ਸਾਜਨਾ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ, ਤਾਂ ਆਪ ਜੀ ਨੇ ਸਰਬਲੋ ਦਾ ਬਾਟਾ ਲਿਆ, ਸਰਬਲੋ ਦਾ ਖੰਡਾ ਲਿਆ, ਸਤਲੁਜ ਦਰਿਆ ਦਾ ਜਲ ਮੰਗਾ ਕੇ ਉਸ ਬਾਟੇ ਵਿੱਚ ਪਾ ਕੇ ਵੀਰ ਆਸਨ ਲਾ ਕੇ ਮਾਤਾ ਜੀਤੋ ਜੀ ਨੇ ਆ ਕੇ ਪਤਾਸੇ ਪਾਏ ਵਿੱਚ, ਜਿਨ੍ਹਾਂ ਦਾ ਅੰਮ੍ਰਿਤ ਛਕ ਕੇ ਬਾਅਦ ਵਿੱਚ ਨਾਮ ਮਾਤਾ ਅਜੀਤ ਕੌਰ ਜੀ ਹੋਇਆ ਗੁਰੂ ਕੇ ਮਹਿਲ। ਤੇ ਸਤਿਗੁਰੂ ਜੀ ਨੇ ਵੀਰ ਆਸਣ ਦੇ ਵਿੱਚ ਫਿਰ ਉਸ ਸਰਬਲੋ ਦੇ ਬਾਟੇ ਵਿੱਚ ਸਰਬਲੋ ਦਾ ਖੰਡਾ ਫੇਰਦਿਆਂ ਹੋਇਆਂ ਆਪਣੇ ਮੁਖਾਰ ਬਿੰਦ ਤੋਂ 5 ਬਾਣੀਆਂ ਦਾ ਪਾਠ ਕੀਤਾ। ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਜਾਪ ਸਾਹਿਬ ਦਾ ਪਾਠ ਕੀਤਾ, ਫਿਰ ਮਹਾਰਾਜ ਨੇ ਸਵਈਆਂ ਦੀ ਬਾਣੀ 10 ਸਵਈਆਂ ਦਾ ਪਾਠ ਕੀਤਾ, ਫਿਰ ਚੌਪਈ ਸਾਹਿਬ ਦਾ ਸੰਪੂਰਨ ਪਾਠ ਕੀਤਾ, ਫਿਰ ਆਨੰਦ ਸਾਹਿਬ ਜੀ ਦਾ ਸੰਪੂਰਨ 40 ਪੌੜੀਆਂ ਜਾਪ ਕੀਤਾ। 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਦੇ ਦਾਤੇ ਨੇ ਇਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਆਪਣੀ ਅੰਮ੍ਰਿਤਮਈ ਪਵਿੱਤਰ ਰਸਨਾ ਤੋਂ 5 ਬਾਣੀਆਂ ਪੜ੍ਹੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਆਪਣੀ ਅੰਮ੍ਰਿਤ ਦ੍ਰਿਸ਼ਟੀ ਉਸ ਜਲ ਵਿੱਚ ਪਾਈ ਤੇ ਉਸ ਜਲ ਨੂੰ ਮਹਾਰਾਜ ਨੇ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਅੰਮ੍ਰਿਤ ਬਾਣੀ ਪੜ੍ਹ ਕੇ ਅੰਮ੍ਰਿਤ ਬਣਾ ਦਿੱਤਾ। ਪਾਣੀ ਉੱਤੇ ਬਾਣੀ ਪੜ੍ਹੀ ਤੇ ਗਰੀਬ ਨਵਾਜ ਸਾਹਿਬ ਜੀ ਨੇ ਉਸ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ, ਉਸ ਜਲ ਨੂੰ ਅੰਮ੍ਰਿਤ ਬਣਾ ਦਿੱਤਾ। ਫਿਰ 5 ਸਿੱਖਾਂ ਨੂੰ ਜਿਨ੍ਹਾਂ ਦੇ ਸੀਸ ਲਏ ਸੀ ਉਹਨਾਂ ਨੂੰ 5-5 ਚੁਲੇ ਛਕਾਏ, 5-5 ਨੇਤਰਾਂ 'ਚ ਪਾਏ, 5-5 ਸੀਸ ਵਿੱਚ ਪਾਏ ਤੇ ਇੱਕ ਚੁਲੇ ਦੇ ਨਾਲ ਮਹਾਰਾਜ ਨੇ ਬੁਲਾਇਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਨਾਂ 5 ਨੂੰ ਸਾਰੀ 5 ਕਕਾਰਾਂ ਦੀ ਰਹਿਤ ਮਰਿਆਦਾ ਮਹਾਰਾਜ ਸਾਹਿਬ ਜੀ ਨੇ ਦੱਸੀ। 5 ਕਕਾਰਾਂ ਦੀ ਰਹਿਣੀ, ਵਜਰ ਕੁਰੈਤਾਂ ਦਾ ਤਿਆਗ, ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਕਰਾਇਆ। ਤੇ ਫਿਰ 5 ਨੂੰ ਆਖਿਆ ਵੀ ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ ਨਾ, ਇਸੇ ਤਰ੍ਹਾਂ ਹੁਣ ਤੁਸੀਂ ਵੀ 5 ਬਾਣੀਆਂ ਪੜ੍ਹ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰੋ ਤੇ ਸਾਨੂੰ ਵੀ ਛਕਾਓ। ਭਾਵੇਂ ਉਹਨਾਂ ਗੁਰੂ ਕੇ ਸਿੰਘਾਂ ਨੇ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਨੀਚਨ ਜਾਤਨ ਕੇ ਹਮ ਬਾਰਿਕ, ਤੋਹੇ ਕਰੁਣਾ ਕਰ ਕੈਸੇ ਨਿਵਾਜੇ। ਮਹਾਰਾਜ ਅਸੀਂ ਵੱਖ-ਵੱਖ ਥਾਵਾਂ ਤੋਂ ਆਏ ਹਾਂ, ਆਪ ਜੀ ਦੇ ਸਿੱਖ ਹਾਂ, ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਹਾਂ, ਪਰ ਤੁਸੀਂ ਮਹਾਰਾਜ ਸਾਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ ਸਾਨੂੰ ਸਾਜਿਆ ਹੈ, ਸਾਨੂੰ ਨਿਵਾਜਿਆ ਹੈ। ਹੇ ਸਤਿਗੁਰੂ ਅਸੀਂ ਕਿਵੇਂ ਆਪ ਜੀ ਨੂੰ ਅੰਮ੍ਰਿਤ ਛਕਾ ਸਕਦੇ ਹਾਂ। ਪਰ ਸਤਿਗੁਰੂ ਕਹਿਣ ਲੱਗੇ ਤੁਸੀਂ ਹੁਣ ਨੀਵੇਂ ਨਹੀਂ ਹੋ, ਤੁਸੀਂ ਹੁਣ ਛੋਟੇ ਨਹੀਂ ਹੋ, ਤੁਸੀਂ ਅਕਾਲ ਪੁਰਖ ਦੀ ਮੌਜ ਵਿੱਚੋਂ ਪ੍ਰਗਟ ਹੋਏ ਹੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੁਸੀਂ ਵਾਹਿਗੁਰੂ ਦੀ ਫੌਜ ਹੋ ਤੇ ਪ੍ਰਭੂ ਦੀ ਮੌਜ ਵਿੱਚੋਂ ਪੈਦਾ ਹੋਏ ਹੋ ਤੇ ਵਾਹਿਗੁਰੂ ਜੀ ਦਾ ਇਸੇ ਤਰ੍ਹਾਂ ਹੀ ਹੁਕਮ ਹੈ। ਖਾਲਸਾ ਜੀ ਤੁਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰੋ ਤੇ ਸਾਨੂੰ ਵੀ ਛਕਾਓ। ਫਿਰ 5 ਨੇ ਉਸੇ ਮਰਿਆਦਾ ਅਨੁਸਾਰ ਫਿਰ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਵਿਸਾਖੀ ਵਾਲੇ ਦਿਹਾੜੇ ਤੇ ਤਿਆਰ ਕੀਤਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਵੀ ਉਸੇ ਮਰਿਆਦਾ ਅਨੁਸਾਰ ਹੀ ਛਕਾਇਆ। ਫਿਰ ਮਹਾਰਾਜ ਦੇ ਸਾਰੇ ਪਰਿਵਾਰ ਨੂੰ, ਫਿਰ ਅਨੇਕਾਂ ਸਿੱਖਾਂ ਨੇ ਸ਼ਾਮਾਂ ਤੀਕ ਅੰਮ੍ਰਿਤ ਸੰਗਤਾਂ ਛਕਦੀਆਂ ਰਹੀਆਂ ਤੇ ਉਸ ਦਿਨ ਤੋਂ ਅੱਜ ਤੀਕ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਘਰ ਵਿੱਚ ਤਿਆਰ ਹੁੰਦਾ ਹੈ, ਅੰਮ੍ਰਿਤ ਸੰਚਾਰ ਹੁੰਦਾ ਹੈ, ਅੰਮ੍ਰਿਤ ਛਕਾਇਆ ਜਾਂਦਾ ਹੈ। ਕਹਿਣ ਤੋਂ ਭਾਵ ਇਹ ਵੀ ਜਦੋਂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਆਪਣੇ ਸਿੰਘਾਂ ਨੂੰ, ਸਿੰਘਣੀਆਂ ਨੂੰ ਇਹ ਪਰਪੱਕਤਾ ਦੇ ਦਿੱਤੀ ਕਿ ਭਾਈ ਜਿਹੜੀਆਂ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਹੈ,
ਇਹ ਪੰਜ ਬਾਣੀਆਂ ਦਾ ਰੋਜ਼ ਨਿਤਨੇਮ ਕਰਨਾ ਹੈ। ਇਹ ਅੰਮ੍ਰਿਤ ਤੁਸੀਂ, ਬਾਣੀ ਅੰਮ੍ਰਿਤ ਹੈ, ਇਸ ਅੰਮ੍ਰਿਤ ਨੂੰ, ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਜਪ ਕੇ ਰੋਜ਼ ਵੀ ਅੰਮ੍ਰਿਤ ਪੀਣਾ ਹੈ। ਤਾਂ ਇਹ ਗੁਰੂ ਘਰ ਦੀ ਮਰਿਆਦਾ ਹੈ। ਤਾਂ ਇਸ ਸਥਾਨ ਤੇ ਵੀ ਹਰ ਰੋਜ਼ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਹਿਲਾਂ ਪਾਠ ਹੁੰਦਾ ਹੈ। ਫਿਰ ਉਪਰੰਤ ਆਸਾ ਕੀ ਵਾਰ ਦਾ ਕੀਰਤਨ ਹੋਇਆ। ਹੁਣ ਲੜੀਵਾਰ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਅੱਜ ਦਾ ਪਾਵਨ ਸ਼ਬਦ ਸਤਿਗੁਰੂ ਜੀ 900 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ, ਰਾਮ ਕਲੀ ਮਹਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ, ਨਾਮ ਬਾਣੀ ਕੇ ਬੋਹਿਤ ਸਤਿਗੁਰੂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰ ਸਤਿਗੁਰੂ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਕ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਐਸਾ ਪੂਰਾ ਗੁਰਦੇਵ ਸਹਾਈ। ਮਹਾਰਾਜ ਕਹਿੰਦੇ ਭਾਈ, ਜੋ ਪੂਰਾ ਗੁਰਦੇਵ ਹੈ, ਪੂਰੇ ਗੁਰੂ ਸਾਹਿਬ ਜੀ ਹਨ, ਉਹ ਐਸੇ ਹਨ ਸਹਾਈ। ਸਹਾਈ ਤੋਂ ਭਾਵ ਹੈ ਸਹਾਇਤਾ ਕਰਨ ਵਾਲੇ ਹਨ। ਪੂਰਾ ਗੁਰਦੇਵ ਐਸਾ ਹੈ ਸਹਾਈ, ਸਹਾਇਤਾ ਕਰਨ ਵਾਲੇ, ਮਦਦਗਾਰ ਹੈ। ਪੂਰਾ ਗੁਰਦੇਵ ਆਪਣੇ ਸਿੱਖ ਸੇਵਕ ਦੀ ਸਹਾਇਤਾ ਕਰਦਾ ਹੈ। ਪੂਰੇ ਗੁਰੂ ਨੂੰ ਜਦੋਂ ਸਿੱਖ ਸਿਮਰਦਾ ਹੈ, ਯਾਦ ਕਰਦਾ ਹੈ, ਤੇ ਪੂਰੇ ਗੁਰੂ ਸਾਹਿਬ ਜੀ ਆਪਣੇ ਸੇਵਕ ਦੀ ਲਾਜ-ਪਤ ਰੱਖਦੇ ਹਨ, ਸਹਾਇਤਾ ਕਰਦੇ ਆ। ਲੋਕ ਵਿੱਚ ਵੀ ਸਹਾਇਤਾ ਕਰਦੇ ਆ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਦੇ ਆ। ਹਲਤ ਵਿੱਚ ਵੀ ਆਪਣੇ ਸੇਵਕ ਨੂੰ ਸੁੱਖ ਦਿੰਦੇ ਆ ਤੇ ਪਲਤ ਵਿੱਚ ਵੀ ਮਹਾਰਾਜ ਸਾਹਿਬ ਜੀ ਸੁੱਖ ਦਿੰਦੇ ਆ। ਹਲਤ ਸੁਖ, ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮੇਲ ਮੁਆ ਜੀਜੈ। ਤਾਂ ਮਹਾਰਾਜ ਕਹਿੰਦੇ ਪੂਰਾ ਗੁਰਦੇਵ ਭਾਈ ਐਸਾ ਹੈ, ਐਸਾ ਸਹਾਈ ਹੈ। ਇੱਥੇ ਵੀ ਸਹਾਇਤਾ ਕਰਦੇ ਆ ਤੇ ਉੱਥੇ ਵੀ ਸਹਾਇਤਾ ਕਰਦੇ ਆ। ਇਹਦਾ ਭਾਵ ਹਰ ਇੱਕ ਥਾਂ ਤੇ ਸਹਾਇਤਾ ਕਰਦੇ ਆ। ਇੱਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ, ਦੁਖੀਆਂ ਦੇ ਉੱਤੇ, ਨਿਮਾਣਿਆਂ ਨਿਤਾਣਿਆਂ ਦੇ ਉੱਤੇ ਦਇਆਲਾ, ਦਇਆ ਕਰਨ ਵਾਲੇ ਹਨ। ਹਰ ਇੱਕ ਥਾਂ ਤੇ ਮਹਾਰਾਜ ਆਪਣੇ ਸੇਵਕ ਦੀ ਰੱਖਿਆ ਕਰਦੇ ਆ। ਇਸੇ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਜੋ ਜੋ ਕਹੈ ਠਾਕੁਰ ਪਹਿ ਸੇਵਕ, ਤਤ ਕਾਲ ਹੋਏ ਆਵੈ। ਤਾਂ ਮਹਾਰਾਜ ਸਾਹਿਬ ਜੀ ਐਸੇ ਸਹਾਈ ਹਨ, ਐਸੇ ਮਦਦਗਾਰ ਹਨ। ਜਗਤ ਗੁਰੂ, ਪੂਰੇ ਗੁਰੂ, ਸਮਰੱਥ ਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਦੋਂ ਸ੍ਰੀਮਾਨ ਭਾਈ ਸਾਹਿਬ ਭਾਈ ਬਾਲਾ ਜੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਚੌਹਾਂ ਚੱਕਾਂ ਵਿੱਚ ਵਿਚਰ ਰਹੇ ਬਾਬਾ ਜੀ, ਜਿਸ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਕਥਨ ਕੀਤਾ ਹੈ, ਬਾਬੇ ਤਾਰੇ ਚਾਰ ਚੱਕ, ਨੌ ਖੰਡ, ਪ੍ਰਿਥਵੀ ਸੱਚਾ ਢੋਆ,
ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਮਹਾਰਾਜ ਸਾਹਿਬ ਜੀ ਚੌਹਾਂ ਚੱਕਾਂ ਵਿੱਚ ਜਾ ਰਹੇ ਤੇ ਇਤਿਹਾਸਕਾਰ ਕਹਿੰਦੇ ਆ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਇਹ ਅਨਨ ਪਿਆਰੇ ਸਿੱਖ ਸੇਵਕ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਇਸ ਤਰ੍ਹਾਂ ਰਹੇ ਜਿਵੇਂ ਸਰੀਰ ਦੇ ਨਾਲ ਪਰਛਾਵਾਂ ਰਹਿੰਦਾ ਹੈ। ਦੂਜੀ ਗੱਲ ਲਿਖੀ ਹੈ, ਕਹਿੰਦੇ ਵੀ ਪਰਛਾਵਾਂ ਵੀ ਚਾਨਣ ਦੇ ਵਕਤ ਰਹਿੰਦਾ ਹੈ ਸਰੀਰ ਦੇ ਨਾਲ, ਜਦੋਂ ਹਨੇਰਾ ਹੁੰਦਾ ਹੈ ਉਸ ਵੇਲੇ ਤੇ ਪਰਛਾਵਾਂ ਵੀ ਨਹੀਂ ਦਿਸਦਾ, ਉਸ ਵੇਲੇ ਤਾਂ ਪਰਛਾਵਾਂ ਵੀ ਸਰੀਰ ਦਾ ਸਾਥ ਛੱਡ ਜਾਂਦਾ ਹੈ। ਪਰ ਇਹ ਸਿੱਖ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਐਸੇ ਆ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ, ਇਹ ਤਾਂ ਪਰਛਾਵੇਂ ਤੋਂ ਵੀ ਵੱਧ ਕੇ ਨਾਲ ਰਹੇ ਗੁਰੂ ਸਾਹਿਬ ਜੀ, ਕਿਉਂਕਿ ਪਰਛਾਵਾਂ ਚਾਨਣ ਵੇਲੇ ਸਰੀਰ ਦੇ ਨਾਲ ਰਹਿੰਦਾ, ਹਨੇਰੇ ਦੇ ਵਿੱਚ ਸਾਥ ਛੱਡ ਜਾਂਦਾ। ਪਰ ਇਹਨਾਂ ਸਿੱਖਾਂ ਨੇ ਤੇ ਹਨੇਰੇ 'ਚ ਵੀ ਸਾਥ ਨਹੀਂ ਛੱਡਿਆ। ਕਿ ਦਿਨ ਹੋਵੇ, ਰਾਤ ਹੋਵੇ, ਸਰਦੀ ਹੋਵੇ, ਗਰਮੀ ਹੋਵੇ, ਆਮ ਪਿੰਡ ਵਿੱਚ ਗੁਰੂ ਸਾਹਿਬ ਵਿਚਰਦੇ ਜਾਂ ਸ਼ਹਿਰ ਵਿੱਚ ਵਿਚਰਦੇ ਜਾਂ ਜੰਗਲ ਵਿੱਚ ਵਿਚਰਦੇ ਜਾਂ ਸਮੁੰਦਰਾਂ 'ਚ ਵਿਚਰਦੇ ਜਾਂ ਪਹਾੜਾਂ 'ਤੇ ਵਿਚਰਦੇ, ਕਿਉਂਕਿ ਚੌਹਾਂ ਚੱਕਾਂ ਵਿੱਚ ਬਾਬਾ ਜੀ ਵਿਚਰੇ, ਤਾਂ ਜਿੱਥੇ ਮਹਾਰਾਜ ਸਾਹਿਬ ਜੀ ਗਏ ਉੱਥੇ ਇਹ ਦੋਵੇਂ ਸਿੱਖ ਮਹਾਰਾਜ ਦੇ ਨਾਲ ਹਨ। ਜੰਗਲਾਂ ਦੇ ਵਿੱਚ ਗੁਰੂ ਸਾਹਿਬ ਸਫ਼ਰ ਕਰਦੇ ਉਸ ਵੇਲੇ ਵੀ ਨਾਲ। ਜਦੋਂ ਜੀਵਾਂ ਨੂੰ ਜੀ ਦਾਨ ਦਿੰਦਿਆਂ ਹੋਇਆਂ, ਭਾਉ ਭਗਤੀ ਨਾਲ ਜੋੜਦਿਆਂ ਹੋਇਆਂ, ਇਹ ਉਪਦੇਸ਼ ਦਿੰਦਿਆਂ ਹੋਇਆਂ ਵੀ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਮਹਾਰਾਜ ਵਿਚਰ ਰਹੇ ਸੀ ਤੇ ਇੱਕ ਵਾਰੀ ਜੰਗਲ 'ਚ ਜਾ ਰਹੇ ਹਨ। ਬਹੁਤ ਭੁੱਖ ਲੱਗੀ ਹੋਈ ਹੈ ਭਾਈ ਮਰਦਾਨਾ ਸਾਹਿਬ ਜੀ ਨੂੰ। ਐਸਾ ਜਨਮ ਸਾਖੀ ਵਿੱਚ ਲਿਖਿਆ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਤਾਂ ਬੇਨਤੀ ਕੀਤੀ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਰੁੱਸ ਗਏ। ਅਸਲ ਵਿੱਚ ਰੁੱਸਿਆ ਵੀ ਉੱਥੇ ਹੀ ਜਾਂਦਾ ਹੈ ਜਿੱਥੇ ਕੋਈ ਮਨਾਉਣ ਵਾਲਾ ਹੋਵੇ। ਜਿੱਥੇ ਕੋਈ ਮਨਾਉਣ ਵਾਲਾ ਨਹੀਂ ਉੱਥੇ ਕੋਈ ਰੁੱਸਦਾ ਵੀ ਨਹੀਂ ਹੈ। ਕਦੀ ਇਕੱਲਾ ਇਨਸਾਨ ਰੁੱਸਦਾ ਵੇਖਿਆ? ਇਕੱਲਾ ਇਨਸਾਨ ਕਿਹਦੇ ਨਾਲ ਰੁੱਸੇਗਾ? ਜੇ ਕੋਈ ਪਰਿਵਾਰਕ ਮੈਂਬਰ ਹੀ ਨਹੀਂ ਹੈ, ਇਕੱਲਾ ਹੀ ਹੈ, ਤੇ ਇਕੱਲਾ ਕੰਧਾਂ ਨਾਲ ਰੁੱਸੇਗਾ? ਉਹਨੇ ਰੁੱਸਣਾ ਕੀ? ਉਹਨੂੰ ਪਤਾ ਵੀ ਮੈਨੂੰ ਕਿਸੇ ਨੇ ਮਨਾਉਣਾ ਹੀ ਨਹੀਂਗਾ ਤੇ ਰੁੱਸ ਕੇ ਕੀ ਲੈਣਾ। ਰੁੱਸਦਾ ਵੀ ਉਹ ਆ ਜਿਹਨੂੰ ਪਤਾ ਵਾ ਜਿਹਦੇ ਨਾਲ ਜ਼ਿਆਦਾ ਪਿਆਰ ਹੋਵੇ, ਰੋਸ ਵੀ ਉੱਥੇ ਕੀਤਾ ਜਾਂਦਾ। ਜਿੱਥੇ ਜ਼ਿਆਦੀ ਸਾਂਝ ਹੋਵੇ, ਜ਼ਿਆਦਾ ਪ੍ਰੇਮ ਹੋਵੇ, ਉੱਥੇ ਹੀ ਰੁੱਸਿਆ ਜਾਂਦਾ। ਪਤਾ ਹੈ ਵੀ ਮੈਨੂੰ ਮਨਾਉਣਗੇ। ਫਿਰ ਇਤਿਹਾਸ ਵਿੱਚ ਲਿਖਿਆ ਕਿ ਭਾਈ ਮਰਦਾਨਾ ਜੀ, ਕਿਉਂਕਿ ਬੜਾ ਪ੍ਰੇਮ ਆ ਬਾਬਾ ਜੀ ਦੇ ਨਾਲ, ਬਚਪਨ ਦੇ ਸਾਥੀ ਆ ਗੁਰੂ ਸਾਹਿਬ ਜੀ ਦੇ, ਤੇ ਰੁੱਸ ਗਏ। ਕਹਿਣ ਲੱਗੇ ਵੀ ਮੈਂ ਤਾਂ ਚੱਲਿਆ ਵਾਪਸ ਪਿੰਡ ਨੂੰ। ਮਹਾਰਾਜ ਕਹਿੰਦੇ ਮਰਦਾਨਿਆਂ ਨਾ ਜਾ, ਰਾਹ ਵਿੱਚ ਬੁਰੀਆਂ ਬਲਾਵਾਂ ਹੁੰਦੀਆਂ। ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਚੱਲਿਆ, ਹੁਣ ਮੈਨੂੰ ਤੁਸੀਂ ਆਗਿਆ ਦੇ ਦਿਓ। ਜੰਗਲ ਵਿੱਚ ਜਦੋਂ ਤੁਰ ਪਏ, ਕੁਝ ਸਫ਼ਰ ਕੀਤਾ ਤੇ ਅੱਗੋਂ ਕੌਡੇ ਰਾਖਸ਼ ਨੇ ਫੜ ਲਿਆ। ਉਹ ਰਾਖਸ਼ ਨੇ ਫੜ ਲਿਆ ਤੇ ਬੰਨ ਲਿਆ ਭਾਈ ਮਰਦਾਨਾ ਜੀ ਨੂੰ, ਤੇ ਕੜਾਇਆ ਗਰਮ ਕੀਤਾ ਹੈ। ਉਹ ਆਦਮਖੋਰ ਕੌਡਾ, ਉਹਨੂੰ ਬੜਾ ਚਾਅ ਚੜ੍ਹਿਆ ਹੈ ਵੀ ਅੱਜ ਇਨਸਾਨ ਮੇਰੇ ਕਾਬੂ ਆਇਆ, ਅੱਜ ਤਲ ਕੇ ਖਾਵਾਂਗਾ। ਜੰਗਲ ਦੇ ਵਿੱਚ ਗੁਰੂ ਸਾਹਿਬ ਜੀ ਕੁਝ ਕੋਹਾਂ ਦੀ ਦੂਰੀ ਤੇ ਹਨ। ਕਹਿੰਦੇ ਭਾਈ ਬਾਲਿਆ, ਆਪਣਾ ਸਾਥੀ ਭਾਈ ਮਰਦਾਨਾ, ਉਹਨੂੰ ਇੱਕ ਰਾਖਸ਼ ਨੇ ਫੜ ਲਿਆ ਹੈ, ਕੌਡੇ ਨੇ ਫੜ ਲਿਆ ਹੈ। ਹੁਣ ਚੱਲੀਏ ਤੇ ਉਹਨੂੰ ਛਡਾਈਏ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਰਹਿਣ ਦਿਓ, ਆਖੇ ਤਾਂ ਲੱਗਦਾ ਨਹੀਂ, ਰੁੱਸ ਰੁੱਸ ਕੇ ਭੱਜਦਾ। ਕਹਿੰਦੇ ਨਹੀਂ ਬਾਲਿਆ, ਨਾਲ ਲਿਆ ਹੈ ਆਪਾਂ, ਅਸੀਂ ਉਹਨੂੰ ਨਾਲ ਲਿਆ ਹੈ। ਸਾਡਾ ਰਬਾਬੀ ਹੈ, ਸਾਡੇ ਨਾਲ ਰਬਾਬ ਵਜਾਉਂਦਾ ਹੈ, ਸਾਡਾ ਕੀਰਤਨੀਆ ਹੈ।
ਤੇ ਨਾਲ ਲਏ ਦੀ ਲਾਜ ਸਾਨੂੰ ਹੈ। ਇਸ ਕਰਕੇ ਜਿਹੜਾ ਗੁਰੂ ਦਾ ਬਣ ਜਾਂਦਾ ਹੈ, ਗੁਰੂ ਦੇ ਲੜ ਲੱਗ ਜਾਂਦਾ ਹੈ, ਗੁਰੂ ਜੀ ਦੀ ਸ਼ਰਨ ਪੈ ਜਾਂਦਾ ਹੈ, ਤੇ ਫਿਰ ਉਹ ਗੁਰੂ ਸਾਹਿਬ ਜੀ ਦੀ ਜ਼ਿੰਮੇਵਾਰੀ ਬਣ ਜਾਂਦੀ ਉਹਦੀ ਰੱਖਿਆ ਕਰਨ ਦੀ, ਉਹਦੀ ਸਹਾਇਤਾ ਕਰਨ ਦੀ। ਮਹਾਰਾਜ ਕਹਿੰਦੇ ਨਾਲ ਲਿਆਏ ਤੇ ਨਾਲ ਲਏ ਦੀ ਲਾਜ ਹੈ ਸਾਨੂੰ। ਚੱਲ ਭਾਈ ਵਾਲਿਆ ਨੇਤਰ ਮੀਟ, ਕਹਿ ਸਤ ਕਰਤਾਰ, ਆਖਿਆ ਸਤ ਕਰਤਾਰ। ਨੇਤਰ ਖੋਲ੍ਹੇ ਆ ਤੇ ਉੱਥੇ ਪਹੁੰਚ ਗਏ ਆ ਜਿੱਥੇ ਕੌਡਾ ਰਾਖਸ਼ ਕੜਾਇਆ ਗਰਮ ਕਰੀ ਬੈਠਾ ਸੀ, ਕੜਾਇਆ ਗਰਮ ਕਰੀ ਬੈਠਾ। ਮਹਾਰਾਜ ਨੇ ਦ੍ਰਿਸ਼ਟੀ ਪਾਈ ਤੇ ਉਹ ਜਿਹੜਾ ਤਪਦਾ ਕੜਾਇਆ ਸੀ ਉਹਨੂੰ ਸੀਤ ਕਰ ਦਿੱਤਾ, ਠੰਡਾ ਕਰ ਦਿੱਤਾ। ਤਪਤ ਕੜਾਹਾ ਬੁਝ ਗਿਆ। ਫਿਰ ਮਹਾਰਾਜ ਨਾਲ ਉਹ ਰਾਖਸ਼ ਦੀ ਗੱਲਬਾਤ ਵੀ ਹੋਈ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਉਹਦੇ ਤੇ ਮਿਹਰ ਭਰੀ ਦ੍ਰਿਸ਼ਟੀ ਪਾਈ, ਉਸ ਨੂੰ ਨਾਮ ਨਾਲ ਜੋੜਿਆ, ਉਹਨੂੰ ਆਪਦੀ ਪਿਛਲੀ ਸੋਝੀ ਵੀ ਆਈ, ਉਹਦੀ ਕਲਿਆਣ ਕਰ ਦਿੱਤੀ ਮਹਾਰਾਜ ਸਾਹਿਬ ਜੀ ਨੇ। ਤਾਂ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਰੱਖਿਆ ਕੀਤੀ। ਮਰਦਾਨਾ ਜੀ ਨੀਵੀਂ ਜੀ ਪਾਈ ਹੋਈ ਉਸ ਵੇਲੇ ਵੀ ਮੈਂ ਤਾਂ ਰੁੱਸ ਕੇ ਆਇਆ ਸਾਂ। ਗੁਰੂ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਰਾਹ ਵਿੱਚ ਬੁਰੀਆਂ ਬਲਾਵਾਂ। ਫਿਰ ਮਾਫੀ ਮੰਗੀ ਵੀ ਮਹਾਰਾਜ ਮੈਂ ਭੁੱਲ ਗਿਆ ਸੀ, ਮੈਨੂੰ ਮਾਫੀ ਦਿਓ। ਫਿਰ ਮਹਾਰਾਜ ਦੇ ਨਾਲ ਰਹਿ ਕੇ ਗੁਰੂ ਕੀ ਸੇਵਾ 'ਚ ਹਾਜ਼ਰ ਹੋਏ। ਤਾਂ ਗਰੀਬ ਨਵਾਜ ਪੰਚਮ ਪਾਤਸ਼ਾਹ ਕਹਿੰਦੇ ਐਸਾ ਪੂਰਾ ਗੁਰਦੇਵ ਸਹਾਈ। ਇਹ ਭਾਈ ਪੂਰਾ ਗੁਰੂ ਦੇਵ ਐਸਾ ਹੈ ਵੀ ਉਹ ਆਪਣੇ ਸੇਵਕ ਦੀ ਸਹਾਇਤਾ ਕਰਦਾ ਹੈ, ਆਪਣੇ ਸਿੱਖ ਦੀ ਮਹਾਰਾਜ ਲਾਜਪਤ ਰੱਖਦੇ। ਇੱਕ ਵਾਰੀ ਨਹੀਂ ਅਨੇਕਾਂ ਵਾਰੀ ਰੱਖਿਆ ਕੀਤੀ ਮਹਾਰਾਜ ਸਾਹਿਬ ਜੀ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਸਤਿਗੁਰੂ ਸਾਹਿਬ ਜੀ ਬਰਾਜੇ ਹੋਏ ਆ ਰਾਏ ਭੋਏ ਦੀ ਤਲਵੰਡੀ ਉੱਤੇ ਚਾਦਰ ਲਈ ਹੋਈ ਆ, ਤੇ ਮਹਾਰਾਜ ਸਾਹਿਬ ਜੀ ਦਾ ਚਰਨਾਂ ਦਾ ਅੰਗੂਠਾ ਜਿਹੜਾ ਹੈ ਨਾ, ਚਰਨ ਗੁਰੂ ਸਾਹਿਬ ਜੀ ਦੇ ਚਾਦਰ ਤੋਂ ਬਾਹਰ ਵਾ, ਮੰਜੇ ਤੇ ਲੰਮੇ ਪਏ ਆ ਤੇ ਉੱਤੇ ਚਾਦਰ ਲਈ ਹੋਈ। ਧੰਨ ਮਾਤਾ ਤ੍ਰਿਪਤਾ ਜੀ ਪ੍ਰਸ਼ਾਦਾ ਪਕਾ ਰਹੇ ਤੇ ਦਾਸੀ ਨੂੰ ਆਖਿਆ ਮਾਤਾ ਤ੍ਰਿਪਤਾ ਜੀ ਨੇ ਕਿ ਦਾਸੀ ਜਾ ਪੁੱਤਰ ਨਾਨਕ ਨੂੰ ਉਠਾ ਕੇ ਲਿਆ, ਪ੍ਰਸ਼ਾਦਾ ਛਕ ਲੈਣ। ਦਾਸੀ ਗਈ ਹੈ, ਵੇਖਿਆ ਵੀ ਮਹਾਰਾਜ ਤੇ ਬਰਾਜੇ ਹੋਏ ਆ, ਉੱਤੇ ਚਾਦਰ ਲਈ ਹੋਈ ਹੈ, ਤੇ ਹੁਣ ਮਹਾਰਾਜ ਆਰਾਮ ਕਰ ਰਹੇ ਆ ਤੇ ਮੈਂ ਆਵਾਜ਼ ਕਾਹਨੂੰ ਮਾਰਨੀ। ਗੁਰੂ ਸਾਹਿਬ ਜੀ ਦੀ ਸੋਭਾ ਸਾਰੇ ਨਗਰ ਦੇ ਵਿੱਚ, ਸਾਰੇ ਇਲਾਕੇ ਵਿੱਚ ਸੀ, ਕਈ ਕੌਤਕ ਵਰਤੇ ਸਨ। ਉਹਦੇ ਮਨ ਵਿੱਚ ਵੀ ਭਾਵਨਾ ਸੀ ਗੁਰੂ ਸਾਹਿਬ ਜੀ ਦੇ ਪ੍ਰਤੀ। ਉਹਨੇ ਕਿਹਾ ਵੀ ਮੈਂ ਗੁਰੂ ਸਾਹਿਬ ਨੂੰ ਆਰਾਮ ਕਰਦਿਆਂ ਆਵਾਜ਼ ਕਿਉਂ ਮਾਰਨੀ। ਮਨ ਵਿੱਚ ਪ੍ਰੇਮ ਜਾਗਿਆ, ਕੋਈ ਭਾਗ ਜਾਗੇ ਉਹਦੇ ਪੂਰਬਲੇ। ਉਹਨੇ ਗੁਰੂ ਸਾਹਿਬ ਦਾ ਚਰਨਾਂ ਦਾ ਅੰਗੂਠਾ ਆਪਣੇ ਮੁੱਖ ਵਿੱਚ ਪਾ ਲਿਆ। ਇਹ ਇਤਿਹਾਸ ਵਿੱਚ ਲਿਖਿਆ, ਆਪਣੇ ਮੁੱਖ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਅੰਗੂਠਾ ਪਾ ਲਿਆ ਵੀ ਫਿਰ ਹਰਕਤ ਹੋਵੇਗੀ ਤੇ ਗੁਰੂ ਸਾਹਿਬ ਉੱਠ ਪੈਣਗੇ। ਜਦੋਂ ਮਹਾਰਾਜ ਸਾਹਿਬ ਜੀ ਦੇ ਅੰਗੂਠੇ ਨੂੰ ਆਪਣੇ ਮੁੱਖ ਵਿੱਚ ਪਾਇਆ ਹੈ ਤੇ ਇਤਿਹਾਸ ਕਹਿੰਦਾ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਦਾਸੀ ਨੂੰ, ਉਹਨੂੰ ਬ੍ਰਹਮ ਗਿਆਨ ਹੋ ਗਿਆ ਮਹਾਰਾਜ ਦਾ ਚਰਨ ਚੱਟ ਕੇ। ਜਿਨ੍ਹਾਂ ਚਰਨਾਂ ਦੇ ਦੁਆਰਾ ਮਹਾਰਾਜ ਚਰਨ ਪੌਲ ਦਿਆ ਕਰਦੇ ਸਨ। ਜਦੋਂ ਚਰਨ ਪੌਲ ਗੁਰੂ ਸਾਹਿਬ ਜੀ ਦਿੰਦੇ ਸੀ ਨਾ, ਤੇ ਜਲ ਦੇ ਵਿੱਚ ਆਪਣੇ ਚਰਨਾਂ ਦਾ ਅੰਗੂਠਾ ਹੀ ਪਾਉਂਦੇ ਸਨ ਮਹਾਰਾਜ, ਚਰਨਾਂ ਦਾ ਅੰਗੂਠਾ, ਤੇ ਉਹ ਚਰਨ ਪੌਲ ਦਿਆ ਕਰਦੇ ਸਨ। ਬਚਨ ਆਉਂਦਾ ਨਾ ਗੁਰਬਾਣੀ ਦੇ ਅੰਦਰ, ਮਹਾਰਾਜ ਸਾਹਿਬ ਜੀ ਨੇ ਆਖਿਆ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰੂ ਦੇ ਚਰਨ, ਗੁਰੂ ਦੀ ਗੱਲ ਹੈ। ਐਸਾ ਪੂਰਾ ਗੁਰਦੇਵ ਸਹਾਈ। ਜਿਸ ਗੁਰੂ ਸਾਹਿਬ ਦੀ ਸੋਭਾ ਚ ਬਾਣੀ ਕਹਿੰਦੀ ਹੈ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਦੋਂ ਮਹਾਰਾਜ ਦੇ ਚਰਨ ਨੂੰ ਚੱਟਿਆ ਦਾਸੀ ਨੇ, ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਉਹਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ। ਤੇ ਕੀ ਵੇਖਦੀ ਆ
ਮਹਾਰਾਜ ਬਰਾਜੇ ਤਾਂ ਇੱਥੇ ਹੋਏ ਆ, ਪਰ ਆਪਣੇ ਇੱਕ ਸੇਵਕ ਦੇ ਜਹਾਜ਼ ਦੀ ਰਾਖੀ ਕਰ ਰਹੇ ਆ। ਆਪਣੇ ਇੱਕ ਸੇਵਕ ਮਨਸੁਖ ਸ਼ਾਹੂਕਾਰ ਜਿਹੜਾ ਲਾਹੌਰ ਦਾ ਸੀ, ਉਹਦਾ ਡੁੱਬਦਾ ਹੋਇਆ ਜਹਾਜ਼ ਸਮੁੰਦਰ ਵਿੱਚ, ਉਹਨੂੰ ਮਹਾਰਾਜ ਪਾਰ ਕਰ ਰਹੇ ਆ ਸਮੁੰਦਰ ਦੇ ਵਿੱਚ। ਇਹ ਕੌਤਕ ਦਾ ਉਹਨੂੰ ਪਤਾ ਲੱਗ ਗਿਆ, ਕਿਉਂਕਿ ਗੁਰੂ ਸਾਹਿਬ ਦੇ ਕਿੰਨੇ ਸਿੱਖ ਸੇਵਕ ਵਾ ਤੇ ਹਰ ਵੇਲੇ ਗੁਰੂ ਸਾਹਿਬ ਨੂੰ ਚੇਤੇ ਕਰਦੇ ਆ, ਤੇ ਜਿੱਥੇ ਚੇਤੇ ਕਰਦੇ ਆ ਮਹਾਰਾਜ ਉੱਥੇ ਹੀ ਆਪਣੇ ਸੇਵਕਾਂ ਦੀ ਰੱਖਿਆ ਕਰਦੇ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ। ਇੱਧਰ ਬਰਾਜੇ ਵੀ ਹੋਏ ਆ, ਉਧਰ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਂਦੇ ਪਏ। ਤੇ ਉਸੇ ਤਰ੍ਹਾਂ ਹੀ ਆ ਕਰਕੇ ਉਹ ਭੋਲੀ ਦਾਸੀ ਨੇ, ਉਹਨੇ ਕਿਹਾ ਮਾਤਾ ਜੀ ਗੁਰੂ ਸਾਹਿਬ ਜੀ ਤਾਂ ਇੱਥੇ ਹੈ ਨਹੀਂ, ਗੁਰੂ ਸਾਹਿਬ ਤੇ ਮਨਸੁਖ ਸ਼ਾਹੂਕਾਰ ਦਾ ਡੁੱਬਦਾ ਜਹਾਜ਼ ਸਮੁੰਦਰ ਤੋਂ ਪਾਰ ਕਰਦੇ ਪਏ। ਮਾਤਾ ਜੀ ਕਹਿੰਦੇ ਅੱਗੇ ਲੋਕ ਗੱਲਾਂ ਕਰਦੇ ਸੀ ਤੇ ਹੁਣ ਘਰ ਦੀ ਦਾਸੀ ਵੀ ਗੱਲਾਂ ਕਰਨ ਲੱਗ ਪਈ ਹੈ। ਅੱਗੇ ਲੋਕ ਗੱਲਾਂ ਕਰਦੇ ਸਨ ਤਾਂ ਮਾਤਾ ਜੀ ਗਏ, ਜਾ ਕਰਕੇ ਚਾਦਰ ਪਾਸੇ ਕੀਤੀ, ਬਾਂਹ ਤੋਂ ਫੜ ਕੇ ਉਠਾ ਕੇ ਲੈ ਆਏ ਤੇ ਮਹਾਰਾਜ ਸਾਹਿਬ ਜੀ ਆ ਗਏ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਗੁਰੂ ਕੀ ਕੁਦਰਤ ਨੂੰ, ਗੁਰੂ ਕੀ ਗਤਮਿਤ ਨੂੰ ਕੋਈ ਸਮਝ ਸਕਦਾ ਹੈ? ਕੋਈ ਜਾਣ ਸਕਦਾ ਹੈ? ਇੱਧਰ ਵੀ ਆ ਤੇ ਉੱਥੇ ਵੀ ਆ। ਗੁਰਬਾਣੀ ਕਹਿੰਦੀ ਪਰਮੇਸ਼ਰ ਦੀ ਐਸੀ ਸਮਰੱਥਾ, ਉਹ ਅਨੇਕਾਂ ਰੂਪ ਧਾਰ ਲੈਂਦੇ ਇੱਕ ਛਿਣ ਵਿੱਚ ਹੀ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਤੇ ਮਾਤਾ ਜੀ ਕਹਿਣ ਲੱਗੇ ਪੁੱਤਰ ਨਾਨਕ, ਅੱਗੇ ਲੋਕ ਗੱਲਾਂ ਕਰਦੇ ਸਨ, ਅੱਜ ਘਰ ਦੀ ਦਾਸੀ ਵੀ ਇਹ ਕਹਿਣ ਲੱਗ ਪਈ ਹੈ, ਇਹਨੇ ਮੈਨੂੰ ਇਸ ਤਰ੍ਹਾਂ ਆਖਿਆ ਹੈ। ਤੇ ਮਹਾਰਾਜ ਸਾਹਿਬ ਜੀ ਨੇ ਉਸ ਗੱਲ ਤੇ ਪਰਦਾ ਪਾ ਦਿੱਤਾ। ਗਰੀਬ ਨਵਾਜ ਨੇ ਕਹਿਣ ਲੱਗੇ ਮਾਤਾ ਜੀ ਇਹ ਤਾਂ ਮਸਤਾਨੀ ਹੈ, ਇਹਦੀਆਂ ਗੱਲਾਂ ਦਾ ਨਾ ਯਕੀਨ ਕਰੋ। ਉਹਨੂੰ ਬਾਹਰੋਂ ਤੇ ਮਸਤਾਨੀ ਕਰ ਦਿੱਤਾ ਬਚਨ ਕਰਕੇ, ਪਰ ਅੰਦਰੋਂ ਉਹਨੂੰ ਬ੍ਰਹਮ ਗਿਆਨਨ ਕਰ ਦਿੱਤਾ ਚਰਨਾਂ ਦੀ ਛੋਹ ਦੇ ਕੇ। ਉਹ ਅੰਦਰੋਂ ਦਾਨੀ ਬਣਾ ਦਿੱਤਾ, ਉਹਨੂੰ ਬਾਹਰੋਂ ਮਸਤਾਨੀ ਬਣਾ ਦਿੱਤਾ। ਆਖਿਆ ਮਾਤਾ ਜੀ ਇਹ ਤਾਂ ਮਸਤਾਨੀ ਹੈ, ਐਵੇਂ ਕਹਿੰਦੀ ਹੈ, ਇਹਦੀਆਂ ਗੱਲਾਂ ਤੇ ਕੀ ਯਕੀਨ ਕਰਨਾ ਹੈ। ਬਾਹਰੋਂ ਮਸਤਾਨੀ ਤੇ ਅੰਦਰੋਂ ਦਾਨੀ, ਅੰਦਰੋਂ ਗਿਆਨ ਬਖਸ਼ ਦਿੱਤਾ। ਤੇ ਗੁਰੂ ਸਾਹਿਬ ਜੀ ਐਸੇ ਸਹਾਈ ਹਨ, ਜਿੱਥੇ ਵੀ ਸੇਵਕ ਯਾਦ ਕਰਦਾ ਉੱਥੇ ਮਦਦ ਕਰਦੇ। ਮਹਾਰਾਜ ਸਾਹਿਬ ਜੀ ਦਾ ਇਤਿਹਾਸ ਭਰਿਆ ਹੋਇਆ ਹੈ। ਨਾਵੇਂ ਪਾਤਸ਼ਾਹ ਜੀ ਨੇ ਵੀ ਤਾਂ ਵੇਖੋ ਸ੍ਰੀ ਬਾਬਾ ਬਕਾਲਾ ਸਾਹਿਬ ਵਿੱਚ ਚੌਂਕੜਾ ਲਾਇਆ ਹੋਇਆ ਹੈ। ਤੇ ਮੱਖਣ ਸ਼ਾਹ ਲਵਾਣੇ ਸਿੱਖ ਨੇ ਜਦੋਂ ਸਮੁੰਦਰ ਦੇ ਵਿੱਚ ਜਹਾਜ਼ ਅਟਕ ਗਿਆ ਸੀ ਤੇ ਉਸ ਵੇਲੇ ਅਰਦਾਸ ਕੀਤੀ ਸੀ ਨਾਵੇਂ ਪਾਤਸ਼ਾਹ ਦੇ, ਤਾਂ ਉਹਨੇ ਦਰਸ਼ਨ ਵੀ ਨਹੀਂ ਸੀ ਕੀਤੇ, ਕਿਉਂਕਿ ਨਾਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਬਾਬਾ ਬਕਾਲਾ ਸਾਹਿਬ ਅੰਦਰ ਬੈਠਿਆਂ ਹੋਇਆਂ ਹੀ 7ਵੇਂ 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀਓਂ ਗੁਰਿਆਈ ਦਿੱਤੀ ਸੀ। ਬਾਬਾ ਬਸੇ ਜੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ। ਤੇ ਮੱਖਣ ਸ਼ਾਹ ਨੇ ਆਖਿਆ ਸੀ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਸਤਿਗੁਰੂ ਜੀ, ਮੇਰਾ ਇਹ ਜਹਾਜ਼ ਸਮੁੰਦਰ ਤੋਂ ਪਾਰ ਲਾ ਦੇਵੋ, ਮੈਂ 500 ਸੋਨੇ ਦੀ ਮੋਹਰ ਭੇਟ ਕਰਾਂਗਾ। ਤੇ ਸਤਿਗੁਰੂ ਜੀ ਇੱਧਰ ਸ੍ਰੀ ਬਾਬਾ ਬਕਾਲਾ ਸਾਹਿਬ ਸਨ, ਉਹਦਾ ਜਹਾਜ਼ ਬੰਨੇ ਲਾਇਆ। ਇੱਥੇ 22 ਮੰਜੀਆਂ ਲੱਗੀਆਂ, ਉਹਨੇ ਆ ਕੇ ਸਾਰਿਆਂ ਦੀ ਪਰਖ ਕੀਤੀ। ਫਿਰ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਜਿਵੇਂ ਉਹਨੂੰ ਹੋਏ, ਉਹਨੇ ਪਰਖ ਕੀਤੀ। ਜਦੋਂ 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਸੀ ਬਾਕੀਆਂ ਦੀ ਤਰ੍ਹਾਂ, ਤੇ ਗੁਰੂ ਸਾਹਿਬ ਕਹਿੰਦੇ ਜਦੋਂ ਜਹਾਜ਼ ਅਟਕਿਆ ਸੀ ਉਦੋਂ 500 ਸੁੱਖਦਾ ਸੇ ਸਿੱਖਾ, ਜਹਾਜ਼ ਬੰਨੇ ਲੱਗ ਗਿਆ ਤੇ ਹੁਣ 5 ਹੀ ਰੱਖਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਨੂੰ ਮਾਇਆ ਦੀ ਭੁੱਖ ਨਹੀਂ, ਪਰ ਤੂੰ 500 ਸੁਖੀਆਂ ਸੀ। ਉਸੇ ਵੇਲੇ ਚਾਅ ਚੜ ਗਿਆ ਤੇ ਮਹਾਰਾਜ ਨੇ ਰੋਕਿਆ ਵੀ ਸੀ ਵੀ ਸਾਨੂੰ ਪ੍ਰਗਟ ਨਾ ਕਰੀ, ਪਰ ਕੋਠੇ ਤੇ ਚੜ ਕੇ ਆਖਿਆ ਸੀ ਪੱਲਾ ਫੇਰ ਕੇ ਚਾਦਰ ਘੁਮਾ ਘੁਮਾ ਕੇ ਕਿ ਗੁਰੂ ਕੀ ਸੰਗਤ ਜੀ ਗੁਰ ਲਾਧੋ ਰੇ, ਗੁਰ ਲਾਧੋ ਰੇ, ਪੂਰਾ ਗੁਰ ਲਾਧੋ ਰੇ।
ਵੀ ਪੂਰੇ ਗੁਰੂ ਸਾਹਿਬ ਲੱਭ ਗਏ ਹਨ। ਬਾਕੀ ਸਾਰੇ ਅਧੂਰੇ ਵਾ, ਮੰਜੀਆਂ ਲਾਉਣ ਵਾਲੇ ਪੂਰੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ। ਐਸਾ ਪੂਰਾ ਗੁਰਦੇਵ ਸਹਾਈ, ਐਸਾ ਪੂਰਾ ਗੁਰੂ ਦੇਵ ਪ੍ਰਕਾਸ਼ ਸਰੂਪ ਗੁਰੂ ਸਾਹਿਬ ਜੀ ਸਹਾਈ ਸਹਾਇਤਾ ਕਰਨ ਵਾਲੇ ਹਨ। ਛੇਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਦਸ਼ਾਲੇ ਲੈ ਕੇ ਆਏ ਤੇ ਪਠਿਆਰੇ ਨੂੰ ਚਾਰ ਚੁਫੇਰੇ ਜਦੋਂ ਰੌਲਾ ਪੈ ਗਿਆ, ਦਰਵਾਜ਼ੇ ਪੱਟੀ ਦੇ ਬੰਦ ਹੋ ਗਏ, ਵੱਡਾ ਭੱਠ ਹੈ ਉਹਦੇ ਤੇ ਕੜਾਇਆ ਰੱਖ ਕਰਕੇ ਦਾਣੇ ਭੁੰਨਦਾ ਹੈ ਪਠਿਆਰਾ। ਉਹਨੂੰ ਕਹਿੰਦੇ ਵੀ ਮੇਰੇ ਪਿੱਛੇ ਸਿਪਾਹੀ ਲੱਗੇ ਆ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਵਾਂ ਤੇ ਮਹਾਰਾਜ ਦੇ ਸੰਗਤਾਂ ਦੇ ਦੁਸ਼ਾਲੇ ਖੋਏ ਸੀ ਇਹਨਾਂ ਮਿਰਜ਼ਿਆਂ ਨੇ, ਉਹ ਵਾਪਸ ਲੈ ਕੇ ਚੱਲਿਆ ਤੇ ਮੈਨੂੰ ਲੁਕਣ ਵਾਸਤੇ ਕੋਈ ਥਾਂ ਦੇ। ਉਹਨੇ ਕਿਹਾ ਜੇ ਤੂੰ ਗੁਰੂ ਦਾ ਸਿੱਖ ਵਾਂ ਤੇ ਫਿਰ ਗੁਰੂ ਤੇ ਆਪਣੇ ਸਿੱਖ ਦੀ ਰੱਖਿਆ ਕਰਦਾ ਵਾ, ਹੋਰ ਥਾਂ ਤੇ ਮੇਰੇ ਕੋਲੇ ਕੋਈ ਨਹੀਂ, ਮੇਰੇ ਕੋਲੇ ਤੇ ਆ ਭੱਠ ਹੀ ਆ। ਭੱਠੀ ਛੋਟੀ ਨੂੰ ਕਿਹਾ ਜਾਂਦਾ ਤੇ ਭੱਠ ਵੱਡੇ ਨੂੰ ਕਿਹਾ ਜਾਂਦਾ। ਫਿਰ ਸਿੱਖਾ ਇਹਦੇ ਵਿੱਚ ਹੀ ਬਹਿ ਜਾ। ਗਰਮ ਭੱਠ ਸੀ, ਅੱਗ ਬਲਦੀ ਸੀ। ਫਿਰ ਭਾਈ ਸਾਹਿਬ ਇੰਨਾ ਭਰੋਸਾ ਗੁਰੂ ਸਾਹਿਬ ਦੇ ਉੱਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ, ਕਹਿੰਦੇ ਫਿਰ ਆ ਕੜਾਇਆ ਪਾਸੇ ਕਰ, ਫਿਰ ਇਹਦੇ 'ਚ ਹੀ ਬਹਿ ਜਾਣਾ। ਕੜਾਇਆ ਪਾਸੇ ਕੀਤਾ, ਵਿੱਚ ਬਹਿ ਗਏ। ਕਹਿੰਦੇ ਉੱਤੇ ਰੱਖ ਕੇ ਤੇ ਇਸ ਤਰ੍ਹਾਂ ਹੀ ਬਾਲੀ ਜਾਈ। ਫਿਰ ਬਾਲੀ ਗਈ, ਇਤਿਹਾਸ ਵਿੱਚ ਲਿਖਿਆ ਐਸਾ। ਉਧਰ ਭਾਈ ਕੀ ਡਰੌਲੀ ਛੇਵੇਂ ਪਾਤਸ਼ਾਹ ਬੈਠੇ ਆ, ਮਹਾਰਾਜ ਕਹਿੰਦੇ ਸਿੱਖੋ ਗਾਗਰਾਂ ਜਲਦੀਆਂ ਭਰ ਕੇ ਲਿਆਓ, ਸਾਡੇ ਪਿੰਡੇ ਤੇ ਪਾਓ। ਉਧਰ ਜਲ ਪਵਾ ਰਹੇ ਆ, ਇਧਰ ਸਿੱਖ ਦੀ ਰੱਖਿਆ ਹੋ ਰਹੀ ਆ। ਭਾਵੇਂ ਨਾ ਵੀ ਜਲ ਪਵਾਉਂਦੇ, ਉਂਝ ਵੀ ਰੱਖਿਆ ਕਰ ਲੈਂਦੇ, ਮੌਜ ਦੇ ਮਾਲਕ ਆ। ਤੇ ਇਧਰਲੇ ਪਾਸੇ ਵੇਖੋ, ਨਹੀਂ ਤੇ ਅੱਗ ਵਿੱਚ ਬਹਿਣਾ। ਜਦੋਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਤੇ ਇਹ ਵੀ ਜ਼ਿਕਰ ਆਉਂਦਾ ਕਿ ਭਗਤ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਯਤਨ ਕੀਤਾ ਸੀ ਪਿਤਾ ਹਰਨਾਕਸ਼ ਵੱਲੋਂ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ, ਵੀ ਐਸੀ ਗੁਰੂ ਕੀ ਕਿਰਪਾ ਹੋਈ ਭਗਤ ਪ੍ਰਹਿਲਾਦ ਸਾਹਿਬ ਜੀ ਨੂੰ ਨਾ ਪਾਣੀ ਨੇ ਡੋਬਿਆ ਨਾ ਅੱਗ ਨੇ ਸਾੜਿਆ। ਤੇ ਉਹੀ ਕਲਾ ਛੇਵੇਂ ਪਾਤਸ਼ਾਹ ਦੇ ਉਸ ਸਮੇਂ ਵਰਤੀ ਹੈ। ਬਾਬਾ ਬਿਧੀ ਚੰਦ ਸਾਹਿਬ ਬਲ ਦੇ ਭੱਠ 'ਚ ਬੈਠੇ ਆ ਤੇ ਨਹੀਂ ਤੇ ਕੇਸ ਅੱਗ ਦੇ ਵਿੱਚ ਕਿੱਥੇ ਬਚਦੇ ਆ। ਤੇ ਗੁਰੂ ਕੀ ਬਾਣੀ 'ਚ ਬਚਨ ਲਿਖਿਆ ਵਾ ਵੀ ਜਦੋਂ ਪਰਮੇਸ਼ਰ ਵਿੱਚ ਰਾਖਾ ਬਣ ਜਾਂਦਾ ਫਿਰ ਵਾਲ ਵੀ ਵਿੰਗਾ ਨਹੀਂ ਹੁੰਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇੱਕ ਕੇਸ ਵੀ ਨਹੀਂ ਸੜਿਆ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਤਾਤੀ ਵਾਓ ਨਾ ਲੱਗਾ ਪਾਰ ਬ੍ਰਹਮ ਸਰਨਾਈ, ਇਹ ਸ਼ਬਦ ਦਾ ਪਾਠ ਕਰੀ ਜਾਂਦੇ ਸੀ ਬਾਬਾ ਜੀ। ਤਾਤੀ ਵਾਓ ਨਾ ਲੱਗਾ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ। ਰਹਾਓ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਤਾਂ ਸਤਿਗੁਰੂ ਜੀ ਨੇ ਰੱਖਿਆ ਕੀਤੀ, ਸਹਾਇਤਾ ਕੀਤੀ। ਅੱਜ ਵੀ ਉਹ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਭੱਠ ਸਾਹਿਬ ਪੱਟੀ ਦੇ ਵਿੱਚ ਸ਼ੋਭਾ ਪਾਉਂਦਾ ਹੈ। ਐਸਾ ਪੂਰਾ ਗੁਰਦੇਵ ਸਹਾਈ। ਪੰਚਮ ਪਾਤਸ਼ਾਹ ਕਹਿੰਦੇ ਭਾਈ ਪੂਰਾ ਗੁਰਦੇਵ, ਪੂਰੇ ਗੁਰੂ ਸਾਹਿਬ ਐਸੇ ਆ, ਉਹ ਆਪਣੇ ਸੇਵਕ ਦੀ ਸਹਾਇਤਾ ਕਰਦੇ, ਮਦਦ ਕਰਦੇ ਹਨ। ਜਾ ਕਾ ਸਿਮਰਨ ਬਿਰਥਾ ਨਾ ਜਾਈ। ਜਿਸ ਪੂਰੇ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਸਿਮਰਨ ਜਦੋਂ ਸਿੱਖ ਕਰਦਾ ਹੈ ਨਾ, ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਜਪ, ਦਿੱਤਾ ਹੋਇਆ ਗੁਰ ਮੰਤਰ, ਗੁਰੂ ਜੀ ਦਾ ਦਿੱਤਾ ਹੋਇਆ ਮੂਲ ਮੰਤਰ, ਉਸ ਦਾ ਸਿਮਰਨ ਕਰਦਾ ਹੈ ਤੇ ਸਤਿਗੁਰੂ ਜੀ ਦਾ ਕੀਤਾ ਹੋਇਆ ਸਿਮਰਨ ਬਿਰਥਾ ਨਾ ਜਾਏ। ਫਿਰ ਉਹ ਵਿਅਰਥ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ। ਇੱਕ ਤਿਲ ਜਿੰਨਾ ਵੀ ਕੋਈ ਘਾਲਣਾ ਘਾਲਦਾ ਨਾ ਸੇਵਾ ਤੇ ਸਿਮਰਨ ਦੀ, ਇੱਕ ਤਿਲ ਵੀ ਇੱਥੋਂ ਚੁੱਕ ਕੇ ਉੱਥੇ ਰੱਖਦਾ ਗੁਰੂ ਕੇ ਪਿਆਰ ਵਿੱਚ, ਉਹ ਵੀ ਖਾਲੀ ਨਹੀਂ ਗੁਰੂ ਸਾਹਿਬ ਜੀ ਜਾਣ ਦਿੰਦੇ। ਬਾਣੀ 'ਚ ਬਚਨ ਲਿਖਿਆ, ਇੱਕ ਤਿਲ ਨਹੀਂ ਭੰਨੈ ਘਾਲੇ। ਇੱਕ ਤਿਲ ਜਿੰਨੀ ਵੀ ਘਾਲ ਨਹੀਂ ਕਿਸੇ ਦੀ ਮਹਾਰਾਜ ਭੰਨਦੇ, ਨਹੀਂ ਗਵਾਉਂਦੇ। ਜਾ ਕਾ ਸਿਮਰਨ ਬਿਰਥਾ ਨਾ ਜਾਈ,
ਜਿਸ ਸਤਿਗੁਰੂ ਜੀ ਦਾ ਕੀਤਾ ਹੋਇਆ ਸਿਮਰਨ ਵਿਅਰਥ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ, ਉਹਦਾ ਫਲ ਮਿਲਦਾ ਹੈ। ਸਤਿਗੁਰੂ ਜੀ ਬਖਸ਼ਿਸ਼ਾਂ ਦਿੰਦੇ ਹਨ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਿੱਖ ਭਾਵਨਾ ਦੇ ਨਾਲ ਜੇ ਇੱਕ ਕਦਮ ਚੱਲਦਾ ਹੈ ਗੁਰੂ ਸਾਹਿਬ ਜੀ ਵੱਲ, ਤੇ ਸਤਿਗੁਰੂ ਜੀ ਆਪਣੇ ਸਿੱਖ ਵੱਲ ਕਰੋੜਾਂ ਕਦਮ ਤੁਰਦੇ ਹਨ, ਕਰੋੜਾਂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਲਾ ਬਚਨ ਕਰਦੇ ਆ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਜਿਹੜਾ ਇੱਕ ਵਾਰੀ ਵੀ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਮੰਤਰ ਸਿਮਰਦਾ ਨਾ, ਉਹ ਮੰਤਰ ਕਿਹੜਾ ਵੀ ਗੁਰੂ ਦਾ ਦਿੱਤਾ, ਉਹਨੂੰ ਗੁਰ ਮੰਤਰ ਕਿਹਾ ਜਾਂਦਾ। ਜਿਹੜਾ ਮੰਤਰ ਗੁਰੂ ਨੇ ਬਖਸ਼ਿਆ ਉਹ ਗੁਰ ਮੰਤਰ। ਜਿਹੜਾ ਗੁਰੂ ਕਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਵੀ ਸਿਮਰਦਾ ਹੈ, ਤੇ ਭਾਈ ਸਾਹਿਬ ਕਹਿੰਦੇ ਫਿਰ ਸਤਿਗੁਰੂ ਉਸ ਨੂੰ ਵਾਰ-ਵਾਰ ਯਾਦ ਕਰਦੇ ਆਪਣੇ ਸਿੱਖ ਨੂੰ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਕੋਈ ਕੌਡੀ ਅਗਰ, ਇੱਕ ਕੌਡੀ ਵੀ ਜਾਂ ਕੌਡੀ ਦਾ ਇੱਕ ਹਿੱਸਾ ਵੀ ਜਿਹੜਾ ਮਹਾਰਾਜ ਸਾਹਿਬ ਜੀ ਨੂੰ ਭਾਵਨਾ ਨਾਲ ਭੇਟ ਕਰਦਾ ਹੈ ਨਾ, ਤਾਂ ਗਰੀਬ ਨਵਾਜ ਸਾਹਿਬ ਜੀ ਦੇ ਪਿਆਰੇ ਸਿੱਖ ਕਹਿੰਦੇ ਆ ਭਾਈ ਗੁਰਦਾਸ ਸਾਹਿਬ ਜੀ ਵੀ ਸਤਿਗੁਰੂ ਉਸ ਨੂੰ ਸਾਰੇ ਖਜ਼ਾਨੇ ਹੀ ਬਖਸ਼ ਦਿੰਦੇ ਆ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਦਇਆ ਨਿਧ ਹਨ, ਦਇਆ ਦੇ ਸਾਗਰ ਹਨ। ਸਤਿਗੁਰਾਂ ਦੀ ਮਹਿਮਾ ਦਾ ਜਿਹੜਾ ਬੋਧ ਹੈ ਉਹ ਡੂੰਘਾ ਹੈ। ਇਸ ਕਰਕੇ ਵਾਰ-ਵਾਰ ਸਤਿਗੁਰਾਂ ਨੂੰ ਨਮਸਕਾਰ ਹੈ। ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਤਾਂ ਕਹਿੰਦੇ ਹਨ ਜਾ ਕਾ ਸਿਮਰਨ ਬਿਰਥਾ ਨਾ ਜਾਈ। ਜਿਸ ਸਤਿਗੁਰੂ ਜੀ ਦਾ ਕੀਤਾ ਹੋਇਆ ਸਿਮਰਨ ਵਿਅਰਥ ਨਹੀਂ ਜਾਂਦਾ, ਫਲ ਦਿੰਦਾ, ਖਾਲੀ ਨਹੀਂ ਜਾਂਦਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਦਰਸ਼ਨ ਪੇਖਤ ਹੋਏ ਨਿਹਾਲ। ਇਹ ਭਾਈ ਜਿਹੜਾ ਭਾਵਨਾ ਨਾਲ ਗੁਰੂ ਜੀ ਦਾ ਦਰਸ਼ਨ ਕਰਦਾ ਹੈ ਉਹ ਨਿਹਾਲ ਹੋ ਜਾਂਦਾ ਹੈ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਪਰ ਨਾਲ ਇਹ ਵੀ ਬਚਨ ਕਿਹਾ ਵੀ ਅੰਦਰ ਸੱਚਾ ਨੇਹੋ। ਸੱਚਾ ਆਖਿਆ ਜਿਨੇ ਆਪਣੇ ਅੰਦਰ ਸੱਚਾ ਨੇਹੋ ਲਾਇਆ, ਜਿਹਦੇ ਅੰਦਰ ਸੱਚਾ ਪ੍ਰੇਮ ਹੈ, ਜੋ ਭਾਵਨਾ ਨਾਲ ਗੁਰੂ ਕਾ ਦੀਦਾਰ ਕਰਦਾ ਹੈ, ਉਹ ਫਿਰ ਨਿਹਾਲ ਹੋ ਜਾਂਦਾ ਹੈ। ਦੁੱਖਾਂ ਤੋਂ ਰਹਿਤ, ਹਾਲ ਨਾਮ ਦੁੱਖ ਦਾ ਹੈ, ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਤੇ ਦੁੱਖ ਕਿਹੜਾ ਹੈ? ਸਭ ਤੋਂ ਵੱਡਾ ਅਗਿਆਨ ਦਾ ਦੁੱਖ ਹੈ, ਅਵਿਦਿਆ ਦਾ ਦੁੱਖ ਹੈ। ਉਹ ਅਗਿਆਨ ਦਾ ਦੁੱਖ ਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਿਆਂ ਹੀ ਦੂਰ ਹੁੰਦਾ ਹੈ, ਕਿਉਂਕਿ ਸਤਿਗੁਰੂ ਹੀ ਗਿਆਨ ਦੀ ਦਾਤ ਬਖਸ਼ਦੇ ਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟਹਿ ਸਭ ਤੇਰੇ। ਇਸ ਕਰਕੇ ਗੁਰੂ ਸਾਹਿਬ ਜੀ ਅਗਿਆਨ ਦਾ ਦੁੱਖ ਦੂਰ ਕਰ ਦਿੰਦੇ ਆਪਣੇ ਸੇਵਕ ਦਾ। ਸਤਿਗੁਰੂ ਜੀ ਦਾ ਦਰਸ਼ਨ ਕਰਕੇ ਸਿੱਖ ਸੇਵਕ ਨਿਹਾਲ ਹੋ ਜਾਂਦਾ ਹੈ। ਜਾ ਕੀ ਧੂਰ ਕਾਟੈ ਜਮ ਜਾਲ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਜਿਸ ਸਤਿਗੁਰੂ ਜੀ ਦੀ ਚਰਨ ਧੂੜੀ ਜਮ ਜਾਲ ਦਾ ਦੁੱਖ ਕੱਟ ਦਿੰਦੀ ਹੈ। ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਵੇ ਤੇ ਜਮਾਂ ਦਾ ਜਾਲ ਨਹੀਂ ਪੈਂਦਾ, ਉਹ ਕੱਟਿਆ ਜਾਂਦਾ ਹੈ। ਚਰਨ ਕਮਲ ਬਸੇ ਮੇਰੇ ਮਨ ਕੇ। ਪੰਚਮ ਪਾਤਸ਼ਾਹ ਕਹਿੰਦੇ ਮੇਰੇ ਮਨ ਦੇ ਵਿੱਚ
ਗੁਰੂ ਸਾਹਿਬ ਜੀ ਦੇ ਚਰਨ ਕਮਲ ਵਸੇ ਹਨ। ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਸ਼ਬਦ ਰੂਪੀ ਚਰਨ ਕਮਲ, ਨਾਮ ਰੂਪੀ ਚਰਨ ਕਮਲ, ਉਹ ਮੇਰੇ ਮਨ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਵਸ ਗਏ ਹਨ। ਕਾਰਜ ਸਵਾਰੇ ਸਗਲੇ ਤਨ ਕੇ। ਤੇ ਪੂਰੇ ਗੁਰੂਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਮੇਰੇ ਸਾਰੇ ਹੀ ਤਨ ਦੇ ਕਾਰਜ ਸਵਾਰ ਦਿੱਤੇ ਹਨ। ਮੇਰੇ ਸਰੀਰ ਦੇ ਸਾਰੇ ਹੀ ਕਾਰਜ ਮਹਾਰਾਜ ਸਾਹਿਬ ਜੀ ਨੇ ਸਵਾਰ ਦਿੱਤੇ ਹਨ। ਜਾ ਕੈ ਮਸਤਕ ਆਖੈ ਹਾਥ। ਗਰੀਬ ਨਵਾਜ ਕਹਿੰਦੇ ਭਾਈ ਇਕੱਲੇ ਮੇਰੇ ਕਾਰਜਾਂ ਦੀ ਗੱਲ ਨਹੀਂ ਹੈ। ਜਾ ਕੇ ਮਸਤਕ ਰਾਖੈ ਹਾਥ, ਗੁਰੂ ਸਾਹਿਬ ਜੀ ਦੇ ਵੀ ਮੱਥੇ ਉੱਤੇ ਹੱਥ ਰੱਖ ਦਿੰਦੇ ਆ, ਉਹਦੇ ਸਾਰੇ ਕਾਰਜ ਸਵਾਰ ਦਿੰਦੇ ਆ, ਉਸੇ ਨੂੰ ਨਦਰੋਂ ਨਦਰੀ ਨਿਹਾਲ ਕਰ ਦਿੰਦੇ ਆ। ਕੋਈ ਵੀ ਹੋਵੇ ਜਿਹੜਾ ਵੀ ਗੁਰੂ ਕੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਜਿਸ ਦੇ ਮੱਥੇ ਉੱਤੇ ਹੱਥ ਰੱਖ ਦਿੰਦੇ ਆ ਤੇ ਉਸ ਨੂੰ ਨਿਹਾਲ ਕਰ ਦਿੰਦੇ ਆ। ਸਿਰ ਉੱਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਜਿਸ ਦੇ ਸੀਸ ਉੱਤੇ ਮਹਾਰਾਜ ਸਾਹਿਬ ਆਪਣਾ ਪਿਆਰ ਦਾ ਹੱਥ ਰੱਖਦੇ ਆ ਤੇ ਉਸ ਨੂੰ ਨਿਹਾਲ ਹੀ ਨਿਹਾਲ ਕਰ ਦਿੰਦੇ ਆ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਗਰੀਬ ਨਵਾਜ ਸਾਹਿਬ ਜੀ ਨੇ ਅਨੇਕਾਂ ਸਿੱਖਾਂ ਸੇਵਕਾਂ ਦੇ ਸੀਸ ਉੱਤੇ ਹੱਥ ਰੱਖਿਆ। ਇਤਿਹਾਸ ਭਰਿਆ ਹੋਇਆ ਮਹਾਰਾਜ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਜਿਵੇਂ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਜਦੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਜਾ ਰਹੇ ਸੀ ਤੇ ਜਿੱਥੇ ਅੱਜ ਕੱਲ੍ਹ ਸ੍ਰੀ ਪੰਜੋਖਰਾ ਸਾਹਿਬ ਅਸਥਾਨ ਸੋਭਾ ਪਾਉਂਦਾ ਹੈ, ਉੱਥੇ ਮਹਾਰਾਜ ਨੇ ਪੜਾਅ ਕੀਤਾ। ਲਾਲ ਚੰਦ ਨਾਮ ਦਾ ਪੰਡਤ ਆ ਗਿਆ। ਗੁਰੂ ਸਾਹਿਬ ਜੀ ਦੇ ਨਾਲ ਅਨੇਕਾਂ ਸਿੱਖ ਸੇਵਕ, ਘੋੜ ਸਵਾਰ। ਤਾਂ ਉਹ ਲਾਲ ਚੰਦ ਪੰਡਤ ਨੇ ਪੁੱਛਿਆ ਵੀ ਇਹ ਕਿਸ ਦਾ ਪੜਾਅ ਲੱਗਾ ਹੋਇਆ ਹੈ। ਸਿੱਖ ਨੇ ਦੱਸਿਆ ਜੀ ਇਹ 8ਵੇਂ ਪਾਤਸ਼ਾਹ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਮਾਲਕ ਇਹ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਨ। ਦਿੱਲੀ ਨੂੰ ਜਾ ਰਹੇ, ਇੱਥੇ ਪੜਾਅ ਕੀਤਾ ਹੈ। ਪੁੱਛਿਆ ਕਿੰਨੀ ਕੁ ਉਮਰ ਹੈ, ਤਾਂ ਦੱਸ ਦਿੱਤਾ ਵੀ 8 ਸਾਲ ਤੋਂ ਘੱਟ ਹੀ ਹੈ ਮਹਾਰਾਜ ਸਾਹਿਬ ਜੀ ਦੀ ਸਰੀਰ ਕਾਰਬਲਾ। ਖਿਆਲ ਕੀਤਾ, ਕਹਿੰਦੇ ਤਾਂ ਬਚਪਨ ਦੇ ਵਿੱਚ ਹੀ ਹਨ। ਹਾਂ, ਮੇਰੇ ਸਤਿਗੁਰੂ ਜੀ ਸਰੀਰ ਕਾਰਬਲਾ ਕਰਕੇ ਬਾਲ ਰੂਪ ਹੀ ਹਨ, ਬਚਪਨ ਵਿੱਚ ਹੀ ਹੈ। ਕਹਿਣ ਲੱਗੇ ਵੀ ਉਹ ਲਾਲ ਚੰਦ ਪੰਡਤ ਆਖਣ ਲੱਗਾ ਕਿੱਡਾ ਵੱਡਾ ਨਾਂ ਰਖਾਇਆ ਹੋਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਕਹਿਣ ਲੱਗਾ ਉਮਰ ਛੋਟੀ ਜੀ ਹੈ, ਨਾਲੇ 8ਵੇਂ ਪਾਤਸ਼ਾਹ ਕਹਾਉਂਦੇ ਆ, ਨਾਲੇ ਨਾਂ ਕਿੱਡਾ ਵੱਡਾ ਰਖਾਇਆ। ਉਹਨੂੰ ਹੰਕਾਰ ਸੀ ਆਪਣੀ ਵਿਦਿਆ ਦਾ, ਕਿਉਂਕਿ ਪੜ੍ਹਿਆ ਬਹੁਤਾ ਹੋਇਆ ਸੀ। ਉਹਨੇ ਗੀਤਾ ਪੜ੍ਹੀ ਹੋਈ ਸੀ, ਹੋਰ ਸੰਸਕ੍ਰਿਤ ਪੜ੍ਹਿਆ ਹੋਇਆ ਸੀ, ਕਈ ਗ੍ਰੰਥ ਪੜ੍ਹੇ ਹੋਏ ਸੀ। ਤੇ ਸੁਭਾਵਿਕ ਹੀ ਆ ਜਦੋਂ ਬੰਦਾ ਬਹੁਤਾ ਵਿਦਿਆ ਪੜ੍ਹਦਾ ਹੈ ਤੇ ਨਾਲ ਉਹਨੂੰ ਹੰਕਾਰ ਵੀ ਆਉਂਦਾ ਹੀ ਹੈ। ਫਿਰ ਇਹ ਮਹਾਰਾਜ ਜੀ ਮਿਹਰ ਕਰਨ ਤੇ ਇਸ ਮੱਦ ਤੋਂ ਬਚਾ ਕੇ ਰੱਖਣ ਆਪਣੇ ਸੇਵਕਾਂ ਨੂੰ, ਹੰਕਾਰ ਤੋਂ ਬਚਾਉਣ। ਨਹੀਂ ਤੇ ਵਿਦਿਆ ਦਾ ਮਾਣ ਤਾਂ ਬਹੁਤਾ ਹੀ ਹੁੰਦਾ ਹੈ। ਉਹ ਬਹੁਤਾ ਪੜ੍ਹਿਆ ਸੀ, ਇਸ ਕਰਕੇ ਹੰਕਾਰ ਵੀ ਬਹੁਤਾ ਸਿਰ ਤੇ ਚੜ੍ਹਿਆ ਸੀ। ਕਹਿਣ ਲੱਗਾ ਵੀ ਦੁਆਪਰ ਯੁੱਗ ਦੇ ਅਵਤਾਰ ਹੋਏ ਆ ਭਗਵਾਨ ਕ੍ਰਿਸ਼ਨ ਜੀ, ਉਹਨਾਂ ਨੇ ਗੀਤਾ ਉਚਾਰਨ ਕੀਤੀ ਆ। ਉਹਨਾਂ ਦਾ ਨਾਮ ਸ੍ਰੀ ਕ੍ਰਿਸ਼ਨ ਜੀ ਸੀ। ਇਹਨਾਂ ਨੇ ਆਪਣਾ ਨਾਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਰਖਾਇਆ, ਨਾਲੇ ਗੁਰੂ ਕਹਾਉਂਦੇ ਆ। ਮੈਂ ਤੇ ਤਾਂ ਮੰਨਾਂਗਾ ਜੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਕਰਕੇ ਸੁਣਾਉਣ, ਤਾਂ ਮੰਨਾਂਗਾ ਵੀ ਇਹ ਪੂਰੇ ਸਤਿਗੁਰੂ ਆ। ਆਪਾਂ ਇਸ ਪੰਕਤੀ ਦੀ ਵਿਚਾਰ ਕਰ ਰਹੇ ਹਾਂ
ਜਾ ਕੇ ਮਸਤਕ ਰਾਖੈ ਹਾਥ। ਵੀ ਪੂਰਾ ਗੁਰੂ ਜਿਸ ਜੀਵ ਦੇ ਮੱਥੇ ਉੱਤੇ ਸਿਰ ਉੱਤੇ ਆਪਣਾ ਹੱਥ ਰੱਖ ਦਿੰਦਾ ਹੈ, ਉਸ ਨੂੰ ਨਿਹਾਲ ਕਰ ਦਿੰਦੇ, ਸਾਰੀਆਂ ਬਖਸ਼ਿਸ਼ਾਂ ਦੇ ਦਿੰਦੇ ਆ। ਜਦੋਂ ਉਹ ਲਾਲ ਚੰਦ ਪੰਡਤ ਨੇ ਇਹ ਗੱਲ ਆਖੀ ਨਾ, ਤੇ ਸਿੱਖ ਨੇ ਆਖਿਆ ਵੀ ਪੰਡਤ ਜੀ ਗੁਰੂ ਸਾਹਿਬ ਦੀ ਨਿੰਦਿਆ ਨਾ ਕਰੋ, ਮੇਰੇ ਸਤਿਗੁਰੂ ਜੀ ਦੇ ਬਾਰੇ ਕੋਈ ਮਾੜਾ ਅੱਖਰ ਨਹੀਂ ਵਰਤਣਾ। ਸਿੱਖ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣਦਾ ਹੁੰਦਾ, ਨਹੀਂ ਬਰਦਾਸ਼ਤ ਕਰਦਾ। ਆਖਿਆ ਵੀ ਜੋ ਤੁਹਾਡੇ ਮਨ ਵਿੱਚ ਸ਼ੰਕਾ ਹੈ, ਜੋ ਸਵਾਲ ਹੈ, ਮੇਰੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਚੱਲੋ ਤੇ ਸਾਹਮਣੇ ਬੈਠ ਕੇ ਬੇਨਤੀ ਕਰਕੇ ਪੁੱਛ ਲਓ ਜੋ ਕੁਝ ਪੁੱਛਣਾ। ਤੇ ਲਾਲ ਚੰਦ ਪੰਡਤ ਆਇਆ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਆ ਇਹਦੇ ਮਨ ਦਾ ਸ਼ੰਕਾ ਹੈ, ਇਹਨੇ ਆਹ ਗੱਲ ਆਖੀ। ਤੇ ਸਤਿਗੁਰੂ ਕਹਿਣ ਲੱਗੇ, ਪੰਡਤ ਜੀ ਜੇ ਅਸੀਂ ਅਰਥ ਕਰਕੇ ਸੁਣਾਏ ਨਾ ਤੁਹਾਨੂੰ ਗੀਤਾ ਦੇ, ਤੁਹਾਡੇ ਮਨ ਦੀ ਫੇਰ ਤਸੱਲੀ ਨਹੀਂ ਹੋਣੀ। ਤੁਸੀਂ ਕਹਿਣਾ ਵੀ ਸ਼ਾਇਦ ਬਚਪਨ ਵਿੱਚ ਹੀ ਪੜ੍ਹ ਲਏ ਹੋਣਗੇ, ਬਚਪਨ ਵਿੱਚ ਹੀ ਗੀਤਾ ਦੇ ਅਰਥ ਸਿੱਖ ਲਏ ਹੋਣਗੇ। ਇਸ ਕਰਕੇ ਅਸੀਂ ਤੁਹਾਨੂੰ ਕਹਿੰਦੇ ਆ, ਤੁਸੀਂ ਜਿਸ ਕਿਸੇ ਨੂੰ ਮਰਜ਼ੀ ਲਾਏ ਹੋ ਆਪਣੀ ਮਰਜ਼ੀ ਦੇ ਨਾਲ, ਉਹਦੇ ਕੋਲੋਂ ਹੀ ਗੀਤਾ ਦੇ ਅਰਥ ਕਰਾ ਦਿੰਦੇ ਆ। ਕੈਸੇ ਸਮਰੱਥ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਤੇ ਫਿਰ ਪੰਡਤ ਲਾਲ ਚੰਦ ਨੇ ਨਗਰ ਦੇ ਵਿੱਚੋਂ ਉਹ ਆਦਮੀ ਲਿਆਂਦਾ ਫੜ ਕੇ, ਜਿਹਦਾ ਰੰਗ ਵੀ ਇਤਿਹਾਸ ਵਿੱਚ ਲਿਖਿਆ ਕਾਲਾ ਜਿਹਾ ਸੀ, ਜਿਹਦੇ ਬਸਤਰ ਵੀ ਫਟੇ ਪੁਰਾਣੇ ਸੀ, ਤੇ ਉਹ ਬੋਲਣਾ ਵੀ ਨਹੀਂ ਸੀ ਜਾਣਦਾ, ਉਹਦੀ ਜ਼ਬਾਨ ਵੀ ਨਹੀਂ ਸੀ ਕੰਮ ਕਰਦੀ, ਉਹਨੂੰ ਸੁਣਦਾ ਵੀ ਨਹੀਂ ਸੀ ਪੂਰਾ, ਨਾ ਬੋਲ ਸਕਦਾ ਸੀ, ਗੂੰਗਾ ਤੇ ਬੋਲਾ ਸੀ ਜਾਣੀ ਕਿ। ਛੱਜੂ ਝੀਵਰ ਉਹਦਾ ਨਾਮ ਆਇਆ ਇਤਿਹਾਸ ਵਿੱਚ, ਛੱਜੂ ਝੀਵਰ। ਤੇ ਸਾਰੇ ਲੋਕ ਉਹਦੇ ਤੋਂ ਆਪਣਾ ਕੰਮ ਲੈਂਦੇ ਸਨ, ਲੋਕਾਂ ਦਾ ਪਾਣੀ ਭਰਦਾ ਸੀ। ਤੇ ਇਤਿਹਾਸ ਕਹਿੰਦਾ ਉਹਨੇ ਆਪ ਤਾਂ ਕੀ ਪੜ੍ਹਨਾ ਸੀ, ਉਹਨੇ ਕਦੀ ਪੜ੍ਹਦੇ ਵੀ ਨਹੀਂ ਸੀ ਵੇਖੇ, ਉਹਨੇ ਕਦੀ ਲੋਕ ਪੜ੍ਹਦੇ ਵੀ ਨਹੀਂ ਵੇਖੇ, ਆਪ ਤਾਂ ਉਹਨੇ ਕੀ ਪੜ੍ਹਨਾ ਸੀ। ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ। ਕਹਿਣ ਤੋਂ ਭਾਵ ਇਹ ਆ, ਇਹ ਗੱਲ ਕਹਿਣ ਤੋਂ ਵੀ ਉਹ ਪੜ੍ਹਿਆ ਨਹੀਂ ਸੀ, ਅਨਪੜ੍ਹ ਸੀ ਛੱਜੂ ਝੀਵਰ। ਉਹਨੂੰ ਲੈ ਆਂਦਾ ਵੀ ਇਹਦੇ ਤੋਂ ਕੀ ਅਰਥ ਕਰਾਉਣਗੇ, ਇਹ ਆਪ ਤਾਂ ਪੜ੍ਹਿਆ ਨਹੀਂ ਤੇ ਪੜ੍ਹਦੇ ਵੀ ਨਹੀਂ ਵੇਖੇ। ਮਹਾਰਾਜ ਦੇ ਅੱਗੇ ਲਿਆਂਦਾ ਤੇ ਗਰੀਬ ਨਵਾਜ ਸਾਹਿਬ ਨੇ ਸਿੱਖਾਂ ਨੂੰ ਆਖਿਆ ਵੀ ਇਹਦਾ ਇਸ਼ਨਾਨ ਕਰਾਓ, ਇਹਦੇ ਬਸਤਰ ਬਦਲਾਓ। ਉਹਦਾ ਇਸ਼ਨਾਨ ਕਰਾਇਆ, ਬਸਤਰ ਬਦਲਾਏ। ਮਹਾਰਾਜ ਆਪਣੇ ਹੱਥ ਵਿੱਚ ਇੱਕ ਸੋਟੀ ਰੱਖਦੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਉਹ ਸੋਟੀ ਹੱਥ ਵਿੱਚ ਫੜੀ ਹੋਈ ਹੈ, ਅੱਗੇ ਬਿਠਾ ਲਿਆ, ਸਾਹਮਣੇ ਲਾਲ ਚੰਦ ਪੰਡਤ ਨੂੰ ਬਿਠਾ ਲਿਆ ਤੇ ਛੱਜੂ ਝੀਵਰ ਦੇ ਸਿਰ ਉੱਤੇ ਉਹ ਛੜੀ ਰੱਖ ਦਿੱਤੀ। ਗੱਲ ਛੜੀ ਵਿੱਚ ਨਹੀਂ, ਗੱਲ ਗੁਰੂ ਦੇ ਹੱਥ ਵਿੱਚ ਹੈ। ਮਹਾਰਾਜ ਸਾਹਿਬ ਜੀ ਦੇ ਵਿੱਚ ਸਮਰੱਥਾ ਹੈ, ਗੁਰੂ ਸਾਹਿਬ ਚਾਹੁਣ ਤੇ ਬਿਨਾਂ ਸੋਟੀ ਤੋਂ ਵੀ। ਉਹ ਸੋਟੀ ਉਹਦੇ ਸਿਰ ਦੇ ਉੱਤੇ ਰੱਖੀ ਹੈ ਤੇ ਮਹਾਰਾਜ ਕਹਿੰਦੇ ਵੀ ਜੋ ਇਹ ਗੀਤਾ ਦੇ ਅਰਥ ਪੁੱਛਣਾ ਚਾਹੁੰਦਾ ਹੈ ਨਾ ਪੰਡਤ, ਤੇ ਚੱਲ ਭਾਈ ਇਹਨੂੰ ਗੀਤਾ ਦੇ ਅਰਥ ਕਰਕੇ ਸੁਣਾ। ਜਦੋਂ ਮਹਾਰਾਜ ਨੇ ਉਹਦੇ ਸਿਰ ਤੇ ਸੋਟੀ ਰੱਖੀ ਤੇ ਆਪਣੀ ਬਖਸ਼ਿਸ਼ ਕੀਤੀ, ਜਾ ਕੇ ਮਸਤਕ ਰਾਖੈ ਹਾਥ, ਜਿਹਦੇ ਮੱਥੇ ਤੇ ਪੂਰਾ ਗੁਰੂ ਹੱਥ ਰੱਖਦਾ ਹੈ। ਤੇ ਛੱਜੂ ਝੀਵਰ ਪਤਾ ਕੀ ਬੋਲਿਆ? ਪਹਿਲੀ ਗੱਲ ਬੋਲਿਆ, ਕਹਿੰਦਾ ਕਸਮਨ ਸ਼ਾਸਤਰ ਪ੍ਰਵਿਰਤ ਤੇ। ਜਦੋਂ ਉਹਨੇ ਇਹ ਗੱਲ ਬੋਲੀ ਤੇ ਲਾਲ ਚੰਦ ਦੇ ਹੋਸ਼ ਉੱਡ ਗਏ ਵੀ ਇਹ ਗੁੰਗਾ ਬੋਲਾ ਆਦਮੀ, ਇਹਨੇ ਕਦੀ ਪੜ੍ਹਦੇ ਨਹੀਂ ਵੇਖੇ, ਕਹਿੰਦਾ ਕਸਮਨ ਸ਼ਾਸਤਰ ਪ੍ਰਵਿਰਤ ਤੇ। ਉਹਨੇ ਆਖਿਆ ਵੀ ਕਿਹੜੇ ਸ਼ਾਸਤਰ ਦੇ ਅਰਥ ਸੁਣਨਾ ਚਾਹਣਾ, ਕਿਹੜੇ ਸ਼ਾਸਤਰ ਵਿੱਚ ਪ੍ਰਵਿਰਤ ਹੋਣਾ, ਕਿਹੜੇ ਗ੍ਰੰਥ ਦੇ ਅਰਥ ਸੁਣਨੇ ਤੋਂ। ਤੇ ਫਿਰ ਗੀਤਾ ਦੇ ਸ਼ਲੋਕ ਬੋਲਣ ਲੱਗਾ ਤੇ ਜਦੋਂ ਬੰਦਾ ਡਰ ਜਾਵੇ ਨਾ ਤੇ ਉਦੋਂ ਆਉਂਦਾ ਵੀ ਭੁੱਲ ਜਾਂਦਾ ਹੁੰਦਾ, ਜਦੋਂ ਡਰ ਜਾਵੇ। ਉਹ ਲਾਲ ਚੰਦ ਟਬਕੀ ਗਿਆ ਜਦੋਂ ਉਹਨੇ ਆਖਿਆ ਕਸਮਨ ਸ਼ਾਸਤਰ ਪ੍ਰਵਿਰਤ ਤੇ ਡਰੇ ਹੋਏ ਨੇ ਮੁੜ ਕੇ ਸ਼ਲੋਕ ਪੜ੍ਹੇ ਤੇ ਸ਼ਲੋਕ ਵੀ ਗਲਤ ਪੜ੍ਹੇ, ਉਹਦਾ ਉਚਾਰਨ ਹੀ ਸਹੀ ਨਹੀਂ ਹੋਇਆ, ਉਹਦਾ ਵਿਸਰਾਮ ਹੀ ਸਹੀ ਨਹੀਂ ਲੱਗਾ। ਤੇ ਫਿਰ ਛੱਜੂ ਝੀਵਰ ਨੇ ਨਾਲੇ ਤੇ ਉਹੀ ਸ਼ਲੋਕ ਦੁਬਾਰਾ ਪੜ੍ਹਿਆ, ਆਖਿਆ ਪੰਡਤ ਜੀ ਸ਼ਲੋਕ ਸਹੀ ਨਹੀਂ ਪੜ੍ਹਿਆ ਗਿਆ ਤੁਹਾਡੇ ਤੋਂ, ਇਹ ਸ਼ਲੋਕ ਦਾ ਉਚਾਰਨ ਇਸ ਤਰ੍ਹਾਂ ਹੈ। ਨਾਲੇ ਸ਼ਲੋਕ ਸਹੀ ਪੜ੍ਹਿਆ, ਨਾਲੇ ਉਹਦੇ ਅਰਥ ਮੈਨੇ ਇੱਕ ਦੇ ਕਈ ਅਰਥ ਕਰ ਸੁਣਾ ਦਿੱਤੇ। ਲਾਲ ਚੰਦ ਪੰਡਤ ਨੇ ਕੰਨਾਂ ਨੂੰ ਹੱਥ ਲਾਏ, ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਵੀ ਆਖਿਆ ਸਤਿਗੁਰੂ ਜੀ ਤੁਸੀਂ ਠੀਕ ਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੋ। ਮੇਰੇ ਮਨ ਦਾ ਭੁਲੇਖਾ ਸੀ,
ਮਹਾਰਾਜ ਤੁਸੀਂ ਸਮਰੱਥ ਹੋ। ਤੇ ਇਤਿਹਾਸ ਵਿੱਚ ਲਿਖਿਆ ਵੀ ਲਾਲ ਚੰਦ ਨੇ ਫਿਰ ਗੁਰੂ ਸਾਹਿਬ ਦੇ ਚਰਨ ਪੌ ਲਈ ਤੇ ਮਹਾਰਾਜ ਦਾ ਸਿੱਖ ਬਣ ਗਿਆ। ਤੇ ਛੱਜੂ ਝੀਵਰ ਨੂੰ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਬ੍ਰਹਮ ਗਿਆਨ ਬਖਸ਼ ਦਿੱਤਾ। ਵੇਖੋ, ਇੱਕ ਗੂੰਗਾ ਬੋਲਾ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਸੁਣੈ ਗੋਂਗ ਜੋ ਯਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟਣਾ ਤਿੰਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਜਾ ਕੇ ਮਸਤਕ ਰਾਖੈ ਹਾਥ, ਜਿਹਦੇ ਮੱਥੇ ਉੱਤੇ ਪੂਰੇ ਸਤਿਗੁਰੂ ਹੱਥ ਰੱਖ ਦਿੰਦੇ ਹਨ, ਉਸ ਨੂੰ ਨਿਹਾਲ ਕਰ ਦਿੰਦੇ ਹਨ। ਪ੍ਰਭ ਮੇਰੋ ਅਨਾਥ ਕੋ ਨਾਥ। ਇਹ ਭਾਈ ਜਿਹਦੇ ਮਸਤਕ ਤੇ ਪੂਰੇ ਸਤਿਗੁਰੂ ਹੱਥ ਰੱਖਦੇ, ਉਹਨੂੰ ਪ੍ਰਭ ਮੇਰੋ, ਮੇਰਾ ਪ੍ਰਭੂ ਮਿਲ ਪੈਂਦਾ ਹੈ। ਜਿਹੜਾ ਮੇਰਾ ਪ੍ਰਭੂ ਹੈ ਨਾ, ਉਹ ਅਨਾਥ ਕੋ ਨਾਥ ਹੈ, ਅਨਾਥਾਂ ਦਾ ਮਾਲਕ ਹੈ, ਯਤੀਮਾਂ ਦਾ ਸੁਆਮੀ ਹੈ। ਪਤ ਤੇ ਉਦਾਹਰਨ ਕਿਰਪਾ ਨਿਧਾਨ। ਇਹ ਭਾਈ ਪੂਰੇ ਸਤਿਗੁਰੂ ਪਾਪੀਆਂ ਦਾ ਉਧਾਰ ਕਰਨ ਵਾਲੇ ਆ। ਪਤਤ ਜਿਹੜੇ ਡਿੱਗੇ ਹੋਏ, ਜਿਨ੍ਹਾਂ ਦਾ ਜੀਵਨ ਨਿਕਰ ਗਿਆ ਹੈ, ਨੀਵਾ ਹੋ ਗਿਆ ਹੈ ਜੀਵਨ ਤਲ, ਵਕਾਰਾਂ ਵਿੱਚ ਜਿਹੜੇ ਡਿੱਗ ਪਏ ਹਨ, ਉਹਨਾਂ ਨੂੰ ਮਹਾਰਾਜ ਉੱਚਾ ਚੁੱਕਣ ਵਾਲੇ ਆ। ਪਤਤਾਂ ਦਾ ਉਧਾਰ ਕਰਨ ਵਾਲੇ ਹਨ, ਪਾਪੀਆਂ ਨੂੰ ਪਵਿੱਤਰ ਕਰ ਦਿੰਦੇ ਆ। ਤੇ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਹਨ ਪੂਰੇ ਸਤਿਗੁਰੂ ਜੀ। ਸਦਾ ਸਦਾ ਜਾਈਏ ਕੁਰਬਾਨ। ਇਸ ਕਰਕੇ ਭਾਈ ਪੂਰੇ ਗੁਰੂ ਸਾਹਿਬ ਜੀ ਤੋਂ ਸਦਾ ਸਦਾ ਵਾਸਤੇ ਕੁਰਬਾਨ ਜਾਈਏ, ਕਿਉਂਕਿ ਜੋ ਰਹਾਉ ਦੀਆਂ ਆਰੰਭ ਵਾਲੀਆਂ ਤੁਕਾਂ ਹਨ, ਉਹ ਹਰੇਕ ਪੰਕਤੀ ਦੇ ਨਾਲ ਲੱਗਣਗੀਆਂ। ਉੱਥੇ ਆਖਿਆ, ਐਸਾ ਪੂਰਾ ਗੁਰਦੇਵ ਸਹਾਈ, ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾਓ। ਤਾਂ ਅਗਲੀਆਂ ਪੰਕਤੀਆਂ 'ਚ ਉਹਨਾਂ ਹੀ ਤੁਕਾਂ ਦੀ ਵਿਆਖਿਆ ਗੁਰੂ ਜੀ ਕਰ ਰਹੇ ਹਨ ਕਿ ਪੂਰੇ ਗੁਰੂ ਸਾਹਿਬ ਪਾਪੀਆਂ ਦਾ ਉਧਾਰ ਕਰਨ ਵਾਲੇ, ਕਿਰਪਾ ਦੇ ਖਜ਼ਾਨੇ ਹਨ। ਇਸ ਕਰਕੇ ਪੂਰੇ ਗੁਰੂ ਸਾਹਿਬ ਤੋਂ ਸਦਾ ਸਦਾ ਵਾਸਤੇ ਮਨ ਬਾਣੀ ਸਰੀਰ ਕਰਕੇ ਸਦਕੇ ਜਾਈਏ। ਨਿਰਮਲ ਮੰਤ ਦੇ ਜਿਸ ਦਾਨ। ਸਤਿਗੁਰੂ ਜੀ ਦਾ ਜੋ ਮੰਤ ਹੈ ਨਾ, ਮੰਤਰ, ਉਹ ਨਿਰਮਲ ਹੈ, ਪਵਿੱਤਰ ਮੰਤਰ ਹੈ। ਤੇ ਜਿਸ ਨੂੰ ਸਤਿਗੁਰੂ ਜੀ ਦਾਨ ਦੇ ਦਿੰਦੇ ਆਪਣੇ ਨਿਰਮਲ ਮੰਤਰ ਦਾ, ਸਤਿਗੁਰੂ ਦਾਨ ਦਿੰਦੇ ਆ, ਕਿਉਂਕਿ ਦਾਨ ਦਿੰਦਾ ਹੈ ਦਾਤਾ। ਸਤਿਗੁਰੂ ਦਾਤੇ ਆ, ਬਾਕੀ ਸਾਰਾ ਜਗਤ ਭਿਖਾਰੀ ਹੈ। ਇਸ ਕਰਕੇ ਸਾਰੀ ਸ੍ਰਿਸ਼ਟੀ ਗੁਰੂ ਦੇ ਦਰਬਾਰ 'ਚ ਆ ਕੇ, ਗੁਰੂ ਕੀ ਚਰਨ ਵਿੱਚ ਆ ਕੇ ਹੱਥ ਜੋੜ ਕੇ, ਤਰਲੇ ਪਾ ਕੇ, ਬੇਨਤੀਆਂ ਕਰਕੇ ਦਾਨ ਮੰਗਦੀ ਹੈ। ਦਾਨ ਦਿੰਦੇ ਆ ਸਤਿਗੁਰੂ। ਅਸੀਂ ਸਵੇਰੇ ਸ਼ਾਮੀ ਗੁਰੂ ਸਾਹਿਬ ਤੋਂ ਦਾਨ ਮੰਗਦੇ ਹਾਂ ਵੀ ਹੇ ਸਤਿਗੁਰੂ, ਤਰਸ ਦੇ ਘਰ ਵਿੱਚ ਆ ਕੇ ਸਾਨੂੰ ਦਾਨ ਦੇ ਦਿਓ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨੀ ਇਸ਼ਨਾਨ। ਇਹ ਸਾਰੇ ਦਾਨ ਮਹਾਰਾਜ ਦੋ ਜੀ, ਤੁਸੀਂ ਦਾਤੇ ਹੋ। ਜਗਤ ਭਿਖਾਰੀ ਫਿਰਤ ਹੈ, ਜਗਤ ਭਿਖਾਰੀ ਹੈ ਤੇ ਸਤਿਗੁਰੂ ਦਾਤਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ। ਤੇ ਜਿਸ ਉੱਤੇ ਮਹਾਰਾਜ ਕਿਰਪਾ ਕਰਕੇ ਜਿਸ ਨੂੰ ਆਪਣੇ ਪਵਿੱਤਰ ਮੰਤਰ ਦਾ, ਗੁਰ ਮੰਤਰ, ਮੂਲ ਮੰਤਰ ਦਾ, ਨਾਮ ਦਾ ਦਾਨ ਦਿੰਦੇ ਹਨ। ਤਜ ਹੈ ਬਿਕਾਰ ਬਿਨਸੈ ਅਭਿਮਾਨ। ਇਹ ਭਾਈ ਜਿਸ ਨੂੰ ਨਾਮ ਦਾ ਦਾਨ ਮਿਲਦਾ ਹੈ ਗੁਰੂ ਜੀ ਦੇ ਦਰ ਤੋਂ, ਉਹ ਜੀਵ ਫਿਰ ਵਿਕਾਰ ਛੱਡ ਦਿੰਦਾ ਹੈ। ਤਜ ਹੈ ਵਿਕਾਰ, ਖੋਟੀਆਂ ਕਾਰਾਂ ਕਰਨੀਆਂ, ਬੇਕਾਰ ਜਿਹੜੀਆਂ ਹਨ, ਖੋਟੀਆਂ ਕਾਰਾਂ ਛੱਡ ਦਿੰਦਾ ਹੈ, ਵਿਕਾਰ ਛੱਡ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਈਰਖਾ, ਬਖੀਲੀ, ਇਹ ਵਿਕਾਰ ਛੱਡਦਾ ਹੈ। ਜਿਵੇਂ ਅੱਜ ਦਾ ਅੰਮ੍ਰਿਤ ਵੇਲੇ ਦਾ ਜੋ ਸਤਿਗੁਰੂ ਜੀ ਨੇ ਇਸ ਸਥਾਨ ਤੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ, ਸੋਰਠ ਮਹੱਲਾ ਨਾਵਾਂ, ਮਨ ਰੇ ਕੌਣ ਕੁਮਤ ਤੈ ਲੀਨੀ। ਉਹਦੇ 'ਚ ਆਖਿਆ, ਹੇ ਮਣਾ ਤੂੰ ਕਿਹੜੀ ਖੋਟੀ ਮੱਤ ਧਾਰਨ ਕਰ ਲਈ। ਪਰ ਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਪਰਾਈ ਇਸਤਰੀ ਦਾ ਸੰਗ,
ਕੁਕਰਮ ਤੇ ਪਰਾਈ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ ਹੈ। ਮਨਾ ਕਿਹੜੀ ਪੁੱਠੀ ਮੱਤ ਤੂੰ ਲੈ ਲਈ, ਪਰਮੇਸ਼ਰ ਦੀ ਭਗਤੀ ਕਿਉਂ ਨਹੀਂ ਕਰਦਾ? ਰਾਮ ਭਗਤ ਨਹਿ ਕੀਨੀ, ਤੂੰ ਰਾਮ ਦੀ ਭਗਤੀ ਨਹੀਂ ਕੀਤੀ, ਸਰਬ ਵਿਆਪਕ ਦੀ ਭਗਤੀ ਨਹੀਂ ਕੀਤੀ। ਤੇ ਜਿਸ ਨੂੰ ਗੁਰੂ ਸਾਹਿਬ ਜੀ ਦਾ ਪਵਿੱਤਰ ਨਾਮ ਮਿਲ ਜਾਂਦਾ ਹੈ, ਸਤਿਗੁਰੂ ਕਹਿੰਦੇ ਉਹ ਵਿਕਾਰ ਛੱਡ ਦਿੰਦਾ ਹੈ। ਬਿਨਸੈ ਅਭਿਮਾਨ, ਉਹਦੇ ਹਿਰਦੇ ਵਿੱਚੋਂ ਅਭਿਮਾਨ ਹੰਕਾਰ ਵੀ ਖਤਮ ਹੋ ਜਾਂਦਾ ਹੈ। ਏਕ ਧਿਆਈਐ ਸਾਧਕ ਸੰਗ। ਇਹ ਭਾਈ, ਇਸ ਕਰਕੇ ਗੁਰੂ ਕੇ ਪਿਆਰੇ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ, ਸਾਧ ਸੰਗਤ ਵਿੱਚ ਮਿਲ ਕੇ ਇੱਕ ਵਾਹਿਗੁਰੂ ਜੀ ਨੂੰ ਧਿਆਉਣਾ ਕਰੀਏ। ਪਾਪ ਬਿਨਾਸੀ ਨਾਮ ਕੈ ਰੰਗ। ਜਦੋਂ ਨਾਮ ਦੇ ਨਾਲ ਰੰਗ ਪ੍ਰੇਮ ਕਰਾਂਗੇ ਨਾ, ਰੰਗ ਦਾ ਅਰਥ ਪ੍ਰੇਮ ਹੈ। ਜਦੋਂ ਨਾਮ ਨਾਲ ਪ੍ਰੇਮ ਕਰਾਂਗੇ ਫਿਰ ਪਾਪ ਸਾਰੇ ਵਿਨਾਸ਼ ਜਾਣਗੇ, ਪਾਪ ਖਤਮ ਹੋ ਜਾਣਗੇ। ਗੁਰ ਪਰਮੇਸ਼ਰ ਸਗਲ ਨਿਵਾਸ। ਪੰਚਮ ਪਾਤਸ਼ਾਹ ਕਹਿੰਦੇ ਭਾਈ, ਗੁਰ ਪਰਮੇਸ਼ਰ ਹੈ। ਗੁਰੂ ਸਾਹਿਬ ਜੀ ਪਰਮ ਈਸ਼ਵਰ ਹਨ। ਗੁਰੂ ਸਾਹਿਬ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ। ਸਗਲ ਨਿਵਾਸ, ਸਾਰੇ ਥਾਵਾਂ ਦੇ ਉੱਤੇ ਗੁਰੂ ਪਰਮੇਸ਼ਰ ਦਾ ਵਾਸਾ ਹੈ। ਘਟ ਘਟ ਰਵ ਰਹਿਆ ਗੁਣ ਦਾਸ। ਗੁਣਾਂ ਦਾ ਖਜ਼ਾਨਾ ਸਤਿਗੁਰੂ ਜੀ ਹਰੇਕ ਹਿਰਦੇ ਵਿੱਚ, ਘਟਾਂ ਘਟਾਂ ਵਿੱਚ, ਹਰੇਕ ਥਾਂ ਤੇ ਰਵ ਰਹੇ ਹਨ, ਵਿਆਪਕ ਹੋ ਰਹੇ ਹਨ। ਪਰਸ ਦੇ ਪਾਰੋ ਪ੍ਰਭਿਆਸ। हे ਪ੍ਰਭੂ ਜੀ, ਮੈਂ ਆਸ ਧਾਰੀ ਹੋਈ ਹੈ, ਆਪ ਕਿਰਪਾ ਕਰਕੇ ਮੈਨੂੰ ਆਪਣਾ ਦਰਸ਼ਨ ਦਿਓ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੀਏ ਕਿ हे ਪ੍ਰਭੂ ਜੀ, ਮੇਰੇ ਮਨ ਵਿੱਚ ਆਸ ਹੈ, ਆਪ ਮੈਨੂੰ ਆਪਣੇ ਦੀਦਾਰ ਬਖਸ਼ੋ। ਨਿਤ ਨਾਨਕ ਚਿਤਵੈ ਸਾਚੇ ਅਰਦਾਸ। ਜੇ ਨਿਤਾ ਪ੍ਰਤੀ ਮੈਂ ਆਪ ਜੀ ਨੂੰ ਹੀ ਚਿਤਵਦਾ ਰਹਾ, ਮੈਂ ਆਪ ਜੀ ਦਾ ਹੀ ਚੇਤਾ ਕਰਦਾ ਰਹਾ। ਮੇਰੀ ਚਿਤਵਨੀ ਵਿੱਚ ਮਹਾਰਾਜ ਆਪ ਜੀ ਦਾ ਹੀ ਵਾਸਾ ਹੋਵੇ। ਸੱਚ ਅਰਦਾਸ, ਇਹ ਮੇਰੀ ਸੱਚੀ ਅਰਦਾਸ ਹੈ। ਇਹ ਸੱਚ ਸਰੂਪ, ਇਹ ਮੇਰੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਐਸੇ ਸੱਚ ਸਰੂਪ, ਇਹ ਮੇਰੀ ਅਰਦਾਸ ਹੈ, ਮੇਰੀ ਅਰਜ਼ੋਈ ਹੈ ਕਿ ਮੈਂ ਨਿਤਾ ਪ੍ਰਤੀ ਆਪ ਜੀ ਨੂੰ ਚੇਤੇ ਕਰਦਾ ਰਹਾ। ਆਪ ਜੀ ਦਾ ਦਾਸ, ਆਪ ਕਿਰਪਾ ਕਰੋ ਆਪਣੇ ਦਾਸ ਤੇ ਸੇਵਕ ਤੇ, ਕਿ ਹਰ ਵੇਲੇ ਮੈਂ ਆਪ ਜੀ ਨੂੰ ਸਿਮਰਾਂ, ਆਪ ਜੀ ਦਾ ਚਿੰਤਨ ਕਰਾਂ ਤੇ ਆਪ ਜੀ ਦਾ ਦੀਦਾਰ ਮੈਨੂੰ ਪ੍ਰਾਪਤ ਹੋਵੇ। ਮੇਰੇ ਮਨ ਵਿੱਚ ਲੋਚਾ ਹੈ, ਇਹ ਮੇਰੇ ਮਨ ਵਿੱਚ ਆਸਾ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਏ, ਬਿਲਪ ਕਰੇ ਚਾਤ੍ਰਿਕ ਕੀ ਨਿਆਏ। ਤੇ ਮਹਾਰਾਜ ਆਪ ਕਿਰਪਾ ਕਰੋ, ਆਪ ਜੀ ਦਾ ਦੀਦਾਰ ਮੈਨੂੰ ਪ੍ਰਾਪਤ ਹੋਵੇ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਪੰਚਮ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਦਰਸ ਦੇ ਤਾਰੋ ਪ੍ਰਭਿਆਸ। ਨਿਤ ਨਾਨਕ ਚਿਤਵੈ ਸਾਚੇ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।